स्वागत देश विदेश में बैठे सारे दर्शकों ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ बहुत बहुत स्वागत ਤੁਹਾਡੇ ਆਪਣੇ ਪਸੰਦੀਦਾ सिलसिले ਗੱਲਾਂ ਤੇ ਗੀਤ ਵਿੱਚ मैं ਹਾਂ ਨਵਜੋਤ ਕੌਰ। ਆਪਣੇ ਬਚਪਨ ਤੋਂ ਥੋੜਾ ਜਿਹਾ ਅਗਾਂਹ ਨੂੰ ਜਦੋਂ ਜਾਂਦੇ ਆ ਜਵਾਨੀ ਯਾਰ ਦੋਸਤ ਆੜੀ ਬੇਲੀ ਸੰਗੀ ਸਾਥੀ ਸਕੂਲੇ ਤੇ ਉਸ ਤੋਂ ਬਾਅਦ ਕਾਲਜਾਂ 'ਚ ਜਾਣਾ ਢਾਣੀਆਂ ਬਣ ਕੇ ਫਿਰ ਉਸ ਤੋਂ ਬਾਅਦ ਕਈ ਮਸਲਿਆਂ ਦੇ ਹੱਲ ਵੀ ਕੱਢਣੇ ਕਈਆਂ ਜਗ੍ਹਾ ਦੇ ਉੱਤੇ ਜਾਣਾ ਕਈਆਂ ਦੇ ਗਰਮ ਸੁਭਾਅ ਨੂੰ ਠੰਡਿਆਂ ਕਰ ਦੇਣਾ ਤੇ ਕਈ ਜਿਹੜੇ ਥੋੜਾ ਜਿੰਨਾ ਹੌਸਲੇ ਦੀ ਲੋੜ ਆ ਹੌਸਲਾ ਦੇ ਕੇ ਤੇ ਉਹਨੂੰ ਖੰਭਾਂ ਵਰਗੀ ਉਡਾਨ ਦੇ ਦੇਣੀ ਤੇ ਅਗਲੇ ਨੇ ਉੱਚੇ ਅਸਮਾਨ ਦੇ ਵਿੱਚ ਉੱਡਦੇ ਫਿਰਨਾ। ਯੁਵਕ ਤੇ ਯੁਵਕ ਮੇਲੇ ਇਹ ਜ਼ਿੰਦਗੀ ਦਾ ਇੱਕ ਸਰਮਾਇਆ ਬਣ ਜਾਂਦੇ ਨੇ ਹਰ ਜਵਾਨੀ ਦੇ ਵਿੱਚ ਇੱਕ ਕਹਾਣੀ ਬਣ ਕੇ ਰਹਿੰਦੇ ਨੇ ਸਦਾ ਹੀ ਸਾਡੇ ਨਾਲ। ਤੇ ਜਦੋਂ ਵੀ ਕਿਤੇ ਚਾਰ ਯੁਵਕ ਜਾਂ ਉਹ ਸੰਗੀ ਸਾਥੀ ਇਕੱਠੇ ਹੁੰਦੇ ਨੇ ਤੇ ਬਸ ਉਹ ਕਾਲਜ ਦੇ ਉਹ ਦਿਨ ਉਹ ਯੂਥ ਫੈਸਟੀਵਲ ਉਹ ਮੇਲੇ ਉਹ ਰੰਗ ਮੰਚ ਉਹ ਸਟੇਜ ਉਹ ਵਿਹੜਾ ਉਹ ਕਾਲਜ ਤੇ ਉਹ ਕੰਪੀਟੀਸ਼ਨ ਉਹ ਸਭ ਚੇਤੇ ਆਉਂਦੇ ਨੇ। ਸੋ ਅੱਜ ਉਹ ਵਾਲੀਆਂ ਸਾਰੀਆਂ ਦੀਆਂ ਸਾਰੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਅਸੀਂ ਬੜੀ ਹੀ ਮਾਇਨਾਜ਼ ਸ਼ਖਸੀਅਤ ਨੂੰ ਸੱਦਾ ਦਿੱਤਾ ਜਿਹੜੇ ਕਿ ਆਪ ਉੱਗੇ ਰੰਗਕਰਮੀ ਨੇ। ਆਪ ਵੀ ਉਹਨਾਂ ਨੇ ਖੋਰੇ ਕੋਈ ਸਟੇਜ ਅਜਿਹੀ ਹੋਣੀ ਪੰਜਾਬ ਦੀ ਜਿੱਥੇ ਉਹਨਾਂ ਨੇ ਨਾਮਣਾ ਨਹੀਂ ਖੱਟਿਆ ਜਿੱਥੇ ਉਹਨਾਂ ਦੀ ਭੂਮਿਕਾ ਨਹੀਂ ਰਹੀ ਤੇ ਜਿੱਥੇ ਉਹਨਾਂ ਦੀ ਸ਼ਮੂਲੀਅਤ ਨਹੀਂ ਰਹੀ। ਭਾਵੇਂ ਇੱਕ ਚੰਗੇ ਐਂਕਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਵੇਖੋ ਇੱਕ ਚੰਗੇ ਰੰਗਕਰਮੀ ਦੇ ਤੌਰ ਤੇ ਦੇਖੋ ਗੱਲਾਂ ਦੇ ਵਿੱਚੋਂ ਗੱਲਾਂ ਕੱਢਣ ਦੇ ਵਿੱਚ ਮਾਹਿਰ ਪੰਜਾਬੀ ਵਿਰਸੇ ਦੇ ਵਿੱਚ ਤੇ ਪੰਜਾਬੀ ਸੱਭਿਆਚਾਰ ਦੀ ਗੜੁੱਚ ਸ਼ਖਸੀਅਤ ਜ਼ਿਆਦਾ ਬੁਝਾਰਤਾਂ ਨਹੀਂ ਪਾਉਂਦੀ ਹੁਣ ਮਿਲਾਉਣੀ ਅੱਜ ਤੁਹਾਨੂੰ ਉਹਨਾਂ ਦੇ ਨਾਲ ਉੱਗੇ ਪੰਜਾਬੀ ਰੰਗਕਰਮੀ ਨਿਰਮਲ ਜੋੜਾ ਜੀ। ਜੀ ਸਰ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਯੁਵਕ ਮੇਲੇ ਜੀ ਤੇ ਉਹਨਾਂ ਦੇ ਨਾਲ ਖੋਰੇ ਪਤਾ ਨਹੀਂ ਕਦੋਂ ਤੋਂ ਤੁਸੀਂ ਨਾਲ ਤੁਰੇ ਆ ਰਹੇ ਹੋ ਜੀ ਤੇ ਇਹ ਜਿਹੜੇ ਯੁਵਕ ਨੇ ਯੁਵਕ ਮੇਲੇ ਹੈ ਜਾਂ ਜਿਹੜੀਆਂ ਉਹਨਾਂ ਦੀਆਂ ਉਸਾਰੂ ਗਤੀਵਿਧੀਆਂ ਨੇ ਪਹਿਲਾਂ ਇੱਥੋਂ ਹੀ ਮੈਂ ਜਾਣਨਾ ਚਾਹੁੰਦੀ ਹਾਂ ਵੀ ਉਹਨਾਂ ਵਾਸਤੇ ਜਿਨ੍ਹਾਂ ਨੇ ਹਾਲੇ ਕਾਲਜਾਂ 'ਚ ਜਾਣਾ ਜਾਂ ਜਿਨ੍ਹਾਂ ਨੂੰ ਇਸ ਲਫ਼ਜ਼ ਦਾ ਮਤਲਬ ਨਹੀਂ ਪਤਾ ਜੀ ਵੀ ਇਹ ਉਸਾਰੂ ਗਤੀਵਿਧੀਆਂ ਜਿਹੜੀਆਂ ਨੇ ਉਹ ਹੈ ਕੀ ਨੇ। ਅਸਲ ਦੇ ਵਿੱਚ ਉਸਾਰੂ ਗਤੀਵਿਧੀਆਂ ਜਿਹੜੀਆਂ ਨਾ ਜਦੋਂ ਅਸੀਂ ਵਿਦਿਆਰਥੀ ਜੀਵਨ ਦੀ ਗੱਲ ਕਰਦੇ ਹਾਂ ਜੀ ਤਾਂ ਮਤਲਬ ਵਿਦਿਆਰਥੀਆਂ ਨੂੰ ਜਦੋਂ ਪੜ੍ਹਾਈ ਦੇ ਨਾਲ ਦੇਖੋ ਸਾਡੀ ਇੱਕ ਸਿਲੇਬਸ ਦੀ ਪੜ੍ਹਾਈ ਹੈ ਜੀ ਜਿਹੜੀ ਵਿਦਿਆਰਥੀਆਂ ਨੇ ਪੜ੍ਹਨੀ ਹੁੰਦੀ ਹੈ ਲੇਕਿਨ ਜਿਹੜੀਆਂ ਉਸਾਰੂ ਗਤੀਵਿਧੀਆਂ ਜਿਹੜੇ ਚੰਗੇ ਅਧਿਆਪਕ ਹੈ ਚੰਗੇ ਪ੍ਰਿੰਸੀਪਲ ਹੈ ਜਾਂ ਚੰਗੇ ਮਾਪੇ ਆ ਉਹ ਉਹਨਾਂ ਨੂੰ ਉਹਨਾਂ ਗਤੀਵਿਧੀਆਂ ਦੇ ਨਾਲ ਜੋੜਦੇ ਆ ਜਿਹੜੀ ਉਹਨਾਂ ਦੀ ਸੋਚ ਨੂੰ ਇੱਕ ਵੱਖਰੀ ਜਿਹੜੀ ਸ਼ੇਪ ਦੇ ਦੇਣ ਉਹਨਾਂ ਨੂੰ ਉਡਾਨ ਦੇਣ ਉਹਨਾਂ ਨੂੰ ਪ੍ਰਵਾਜ਼ ਦੇਣ ਉਹਨਾਂ ਨੂੰ ਉੱਡਣ ਦਾ ਸਮਾਂ ਉੱਡਣ ਦਾ ਜਿਹੜਾ ਵਕਤ ਹੈ ਉੱਡਣ ਦਾ ਜਿਹੜਾ ਮੌਕਾ ਹੈ ਉਹ ਪ੍ਰਦਾਨ ਕਰਦੀਆਂ ਉਸਾਰੂ ਗਤੀਵਿਧੀਆਂ। ਉਹਦੇ ਚ ਤੁਸੀਂ ਸੱਭਿਆਚਾਰਕ ਗਤੀਵਿਧੀਆਂ ਲੈ ਲਓ ਉਹਦੇ ਚ ਤੁਸੀਂ ਸਾਹਿਤਕ ਗਤੀਵਿਧੀਆਂ ਉਹਦੇ ਚ ਜਾਂ ਸਮਾਜ ਸੇਵਾ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਔਰ ਬਹੁਤ ਸਾਡੇ ਵਿਦਿਆਰਥੀ ਆ ਜਿਹੜੇ ਇਹਨਾਂ ਗਤੀਵਿਧੀਆਂ ਕਰਕੇ ਵੱਖ-ਵੱਖ ਖੇਤਰਾਂ ਦੇ ਵਿੱਚ ਜ਼ਿੰਦਗੀ ਦੇ ਸ਼ਾਹਸਵਾਰ ਬਣੇ ਆ। ਜੀ 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 ਅਸੀਂ ਕਹਿੰਦੇ ਹਾਂ ਵੀ ਇਹ ਨਾ ਬੜੀਆਂ ਜ਼ਰੂਰੀ ਨੇ ਹਾਂਜੀ ਪਰ ਮਾਪੇ ਜਦੋਂ ਕਹਿੰਦੇ ਨੇ ਜਦੋਂ ਕਿਸੇ ਖਾਸ ਇੱਕ ਫੈਕਲਟੀ ਦੀ ਜਾਂ ਖਾਸ ਕਹਿ ਲਓ ਵੀ ਕਿਸੇ ਇੱਕ ਵਿਸ਼ੇ ਦੀ ਮਜ਼ਮੂਨ ਦੀ ਉਹ ਚੋਣ ਕਰ ਲੈਂਦੇ ਨੇ ਜੀ ਤੇ ਉਦੋਂ ਕਹਿੰਦੇ ਨੇ ਇੱਧਰ ਉੱਧਰ ਦੇ ਕੰਮਾਂ ਵੱਲ ਝਾਤੀ ਨਹੀਂ ਮਾਰਨੀ ਪੜ੍ਹਨਾ ਆ ਪੜ੍ਹਨ ਜਾਣਾ ਪੜ੍ਹ ਕੇ ਆਉਣਾ ਜੀ ਤੇ ਫਿਰ ਉਦੋਂ ਬਾਅਦ ਜਦੋਂ ਅਨਾਉਂਸਮੈਂਟ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜਾ ਦੌਰ ਚੱਲਦਾ ਹੈ ਕਾਲਜਾਂ 'ਚ ਜਿਹਨੂੰ ਕਹਿ ਦਿੰਦੇ ਹਾਂ ਅਸੀਂ ਜਾਂ ਫਰੈਸ਼ਰ ਪਾਰਟੀ ਹੈ ਜਾਂ ਟੈਲੈਂਟ ਹੰਟ ਆ ਜਦੋਂ ਉਹ ਆਵਾਜ਼ ਕੰਨਾਂ 'ਚ ਪੈਂਦੀ ਹੈ ਤੇ ਫਿਰ ਦੌੜੇ ਹੀ ਜਾਂਦੇ ਨੇ ਉੱਧਰ ਨੂੰ ਬਿਲਕੁਲ ਫਿਰ ਜਦੋਂ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਇਹ ਹਿੱਸਾ ਲੈਣਾ ਜ਼ਰੂਰੀ ਕਿਉਂ ਆ। ਇਹ ਹਿੱਸਾ ਇਸ ਲਈ ਮਤਲਬ ਲੈਣਾ ਜ਼ਰੂਰੀ ਹੈ ਕਿ ਹਰ ਵਿਦਿਆਰਥੀ ਦੇ ਵਿੱਚ ਨਾ ਜੀ ਕਿਤੇ ਨਾ ਕਿਤੇ ਕਲਾ ਛੁਪੀ ਹੁੰਦੀ ਹੈ ਕੋਈ ਨਾ ਕੋਈ ਉਹਦੇ ਅੰਦਰ ਮਤਲਬ ਛੁਪੀ ਹੁੰਦੀ ਹੈ। ਅਸੀਂ ਵਿਦਿਆਰਥੀ ਫੋਟੋਗ੍ਰਾਫਰ ਬਣਨਾ ਚਾਹੁੰਦਾ ਹੈ ਵਿਦਿਆਰਥੀ ਚੰਗਾ ਡਾਂਸਰ ਬਣਨਾ ਚਾਹੁੰਦਾ ਹੈ ਜਾਂ ਉਹ ਚੰਗਾ ਗਾਇਕ ਬਣਨਾ ਚਾਹੁੰਦਾ ਹੈ ਤੇ ਮਾਪੇ ਚਾਹੁੰਦੇ ਆ ਕਿ ਉਹ ਦਵਾ ਮੈਡੀਕਲ ਨਾਨ ਮੈਡੀਕਲ ਰੱਖ ਕੇ ਜਾਂ ਇੰਜੀਨੀਅਰ ਬਣ ਜੇ ਜਾਂ ਡਾਕਟਰ ਬਣ ਜੇ। ਇਹ ਜਿਹੜਾ ਕੰਟਰਾਸਟ ਹੈ ਇਹ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਫਰਸਟ੍ਰੇਸ਼ਨ ਪੈਦਾ ਕਰ ਰਿਹਾ। ਮਾਪੇ ਕੁਛ ਹੋਰ ਚਾਹੁੰਦੇ ਆ ਬੱਚਾ ਕੁਛ ਹੋਰ ਬਣਨਾ ਚਾਹੁੰਦਾ ਫਿਰ ਉਹਦਾ ਇੱਕੋ ਹੀ ਹੱਲ ਹੈ ਕਿ ਚਲੋ ਜੋ ਮਾਪੇ ਚਾਹੁੰਦੇ ਉਹ ਵੀ ਬੱਚਾ ਪੜ੍ਹ ਲੈਂਦਾ ਨਾਲ ਪਰ ਨਾਲ ਦੀ ਨਾਲ ਜਦੋਂ ਉਹਨੂੰ ਇਹ ਮੌਕਾ ਮਿਲ ਜਾਂਦਾ ਕਿ ਉਹ ਸਟੇਜ ਤੇ ਭੰਗੜਾ ਪਾ ਲੇ ਜਾਂ ਪੇਂਟਿੰਗ ਕਰ ਲੇ ਫੋਟੋਗ੍ਰਾਫੀ ਕਰ ਲੇ ਆਪਦੇ ਸ਼ੌਂਕ ਨੂੰ ਪੂਰਾ ਕਰ ਲੇ ਤਾਂ ਫਿਰ ਉਹਦੇ ਮਨ ਦਾ ਜਿਹੜਾ ਗੁੱਬ ਘਵਾਟਾ ਉਹ ਵੀ ਨਿਕਲ ਜਾਂਦਾ ਤੇ ਸਾਡੇ ਕੋਲੇ ਇੱਕ ਵਧੀਆ ਨਾਗਰਿਕ ਵਧੀਆ ਆਰਟਿਸਟ ਵੀ ਸਾਨੂੰ ਮਿਲ ਜਾਂਦਾ ਸਮਾਜ ਨੂੰ ਵੀ ਚੰਗਾ ਇੱਕ ਬੰਦਾ ਜਿਹੜਾ ਉਹ ਮਿਲ ਜਾਂਦਾ ਜੀ ਕਿਉਂਕਿ ਇਹ ਜਿਹੜੀਆਂ ਗਤੀਵਿਧੀਆਂ ਮਹਿਜ਼ ਇਸ ਵਾਸਤੇ ਨਹੀਂ ਹੈ ਵੀ ਥੋੜੀ ਦੇਰ ਦੇ ਲਈ ਤਿਆਰੀ ਕਰ ਲਈ ਮਹੀਨਾ ਡੇਢ ਮਹੀਨਾ 2 ਮਹੀਨੇ ਲਾ ਲਏ ਯੂਥ ਫੈਸਟੀਵਲ 'ਚ ਚਲੇ ਗਏ ਕੰਪੀਟੀਸ਼ਨ ਜਿੱਤੇ ਆਏ ਤੇ ਮੁੜ ਕੇ ਚਲੋ ਜੀ ਆਪਣੇ ਰਾਹ ਅਧਿਆਪਕ ਆਪਣੇ ਰਾਹ ਇਹ ਸਾਨੂੰ
ਇੱਕ ਐਸਾ ਸ਼ੀਸ਼ਾ ਦਿੰਦੇ ਆ ਜਿਹਦੇ 'ਚ ਅਸੀਂ ਆਪਣੇ ਆਪ ਨੂੰ ਜਿੰਨਾ ਵੇਖਦੇ ਆ ਓਨਾ ਹੀ ਸਵਾਰਨ ਦੀ ਕੋਸ਼ਿਸ਼ ਕਰਦੇ ਆ। ਬਿਲਕੁਲ। ਤੁਹਾਨੂੰ ਮਤਲਬ ਤੁਹਾਡੇ ਤੁਸੀਂ ਸਟੇਜ ਤੋਂ ਜਦੋਂ ਬੋਲਦਾ ਇੱਕ ਬੱਚਾ, ਜਦੋਂ ਇੱਕ ਅਧਿਆਪਕ 50 ਜਣਿਆਂ ਦੀ ਕਲਾਸ ਦੇ ਵਿੱਚੋਂ ਕਹਿੰਦਾ ਕਿ ਤੁਸੀਂ ਇਸ ਵਿਸ਼ੇ ਤੇ ਕੋਈ ਬੋਲਣਾ ਚਾਹੁੰਦਾ, ਇੱਕ ਜਣਾ ਉਹਨਾਂ ਚੋਂ ਉੱਠਦਾ 50 ਜਣਿਆਂ ਚੋਂ, ਉਹ ਬੋਲਦਾ, ਤੇ ਉਹ ਉਸੇ ਦਿਨ ਹੀ ਬਾਕੀ 49 ਦੇ ਨਾਲੋਂ ਆਪਣੇ ਆਪ ਨੂੰ ਵੱਖਰਾ ਮਹਿਸੂਸ ਕਰਦਾ। ਉਹਨੂੰ ਲੱਗਦਾ ਕਿ ਮੇਰੇ 'ਚ ਕੋਈ ਯਾਰ ਵੱਖਰੀ ਕਲਾ, ਉਹਦੇ 'ਚ ਉਤਸ਼ਾਹ ਜਿਹੜਾ ਜਾਗਦਾ। ਇਸੇ ਤਰ੍ਹਾਂ ਹੀ ਫਿਰ ਜਦੋਂ ਕਾਲਜ ਦੇ ਲੈਵਲ ਦਾ ਫੰਕਸ਼ਨ ਹੁੰਦਾ ਤਾਂ ਉਹ ਹਜ਼ਾਰਾਂ ਵਿਦਿਆਰਥੀਆਂ ਦੇ ਸਾਹਮਣੇ ਬੋਲਦਾ, ਹਜ਼ਾਰਾਂ ਵਿਦਿਆਰਥੀਆਂ ਸਾਹਮਣੇ ਆਪਣੀ ਕਲਾ ਨੂੰ ਰੱਖਦਾ, ਉਹਦੀ ਤਾਰੀਫ ਹੁੰਦੀ ਆ, ਉਹਨੂੰ ਇਨਾਮ ਸਨਮਾਨ ਮਿਲਦੇ ਆ, ਤਾਂ ਉਹਨੂੰ ਇਹ ਚੰਗਾ ਲੱਗਦਾ। ਫਿਰ ਹੌਲੀ ਹੌਲੀ ਇੰਟਰ ਕਾਲਜ, ਇੰਟਰ ਯੂਨੀਵਰਸਿਟੀ, ਵੱਡੇ ਪਲੇਟਫਾਰਮਾਂ ਦੇ ਉੱਪਰ ਬੱਚਾ ਜਦੋਂ ਜਾਂਦਾ ਤਾਂ ਉਹ ਉਤਸ਼ਾਹ ਜਿਹੜਾ ਨਾ ਉਹ ਉਹਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਦੇ ਯੋਗ ਬਣਾ ਦਿੰਦਾ ਤੇ ਬਹੁਤ ਸਾਰੇ ਪਲੇਟਫਾਰਮਾਂ ਤੇ ਉਹਦੀ ਕਾਮਯਾਬੀ ਦਾ ਕਾਰਨ ਵੀ ਬਣਦਾ। ਬਹੁਤ ਸਾਰੇ ਤੁਸੀਂ ਦੇਖੇ ਹੋਣੇ ਆ ਕਿ ਮਤਲਬ ਤੁਸੀਂ ਲਾ ਲਓ ਕਿ ਸਾਇੰਸ ਦੇ ਵਿਦਿਆਰਥੀ, ਟੈਕਨੀਕਲ ਐਜੂਕੇਸ਼ਨ ਦੇ ਵਿਦਿਆਰਥੀ ਜਾਂ ਆਰਟਸ ਦੇ ਵਿਦਿਆਰਥੀ, ਉਹ ਸਿਲੇਬਸ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੁੰਦੇ ਆ, ਆਪਣੀ ਕਲਾਸ ਚੋਂ ਫਸਟ ਵੀ ਆਉਂਦੇ ਆ, ਯੂਨੀਵਰਸਿਟੀ ਚੋਂ ਫਸਟ ਵੀ ਆਉਂਦੇ ਆ, ਪਰ ਜਦੋਂ ਉਹਨਾਂ ਨੂੰ 5 ਬੰਦਿਆਂ ਦੇ ਸਾਹਮਣੇ ਇੰਟਰਵਿਊ ਦੇਣੀ ਪੈਂਦੀ ਹੈ ਨਾ ਜਾ ਕੇ, ਫਿਰ ਪਤਾ ਲੱਗਦਾ ਕਿ ਬੋਲਣ ਦੀ ਕੀ ਕੀਮਤ ਹੈ। ਜਦੋਂ ਤੁਸੀਂ 2 ਦੂਣੀ 4, ਇਹ ਤਾਂ ਪਤਾ ਹੀ ਆ ਕਿ 2 ਦੂਣੀ 4 ਹੁੰਦੇ ਆ, ਪਰ ਉਹਨੂੰ ਦੱਸਣਾ ਕਿਵੇਂ ਆ, ਕਿੰਨੇ ਕੌਨਫੀਡੈਂਸ ਨਾਲ ਦੱਸਣਾ, ਇਹ ਗੱਲ ਜਿਹੜੀ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਨਾਲੋਂ ਕਿ ਉਹਨੂੰ ਪਤਾ ਹੋਵੇ। ਮਤਲਬ ਮੇਰਾ ਕਹਿਣ ਦਾ ਮਤਲਬ ਕਿ ਤੁਹਾਡੀ ਜਿਹੜੀ ਨੌਲੇਜ ਹੈ ਨਾ, ਤੁਹਾਡੇ ਅੰਦਰ ਜਿਹੜੀ ਇੱਕ ਸ਼ਕਤੀ ਆ, ਉਹਨੂੰ ਜਿਹੜੀਆਂ ਇਹ ਗਤੀਵਿਧੀਆਂ ਉਹਨੂੰ ਨਿਖਾਰ ਕੇ ਪੇਸ਼ ਕਰਦੀਆਂ ਨੇ। ਜੀ ਨਿਮਲ ਜੀ, ਆਪਾਂ ਕਹਿੰਦੇ ਆ ਵੀ ਇਹ ਉਸਾਰੂ ਗਤੀਵਿਧੀਆਂ ਜਿਹੜੀਆਂ ਨਾ, ਇਹ ਬੱਚਿਆਂ ਦੇ, ਵਿਦਿਆਰਥੀਆਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਭਰਦੀਆਂ। ਤੁਸੀਂ ਹੁਣੇ ਉਹਦੀ ਇੱਕ ਉਦਾਹਰਨ ਦਿੱਤੀ, ਤੇ ਉਹਦੇ ਨਾਲ ਜਿਵੇਂ ਇੱਕ ਤੁਹਾਡੀ ਆਪਣੀ ਜਿਹੜੀ ਸ਼ਖਸੀਅਤ ਹੈ, ਤੁਹਾਡੀ ਆਪਣੀ ਇੱਕ ਵਿਲੱਖਣ ਹਸਤੀ, ਕਿੱਥੋਂ ਤੁਰੇ ਆਪਾਂ, ਫਿਰ ਅਸੀਂ ਕਾਲਜਾਂ ਦੇ ਵਿੱਚ ਪਹੁੰਚੇ, ਕਾਲਜਾਂ ਤੋਂ ਯੂਨੀਵਰਸਿਟੀ 'ਚ ਪਹੁੰਚੇ, ਫਿਰ ਇੱਕ ਯੂਨੀਵਰਸਿਟੀ ਨਾਲ ਨਹੀਂ, ਫਿਰ ਹੌਲੀ ਹੌਲੀ ਤੁਰਦਾ ਗਿਆ ਮੈਂ ਤੇ ਕਾਫਲਾ ਵੱਡਾ ਹੁੰਦਾ ਗਿਆ, ਤੇ ਉਹਦੇ ਨਾਲ ਕਈ ਵਿਦਿਆਰਥੀ ਜੁੜੇ, ਕਈਆਂ ਨੂੰ ਇਦਾਂ ਦੀ ਛੋਹ ਮਿਲੀ ਵੀ ਮੈਂ ਵੀ ਇਦਾਂ ਦਾ ਹੋ ਸਕਦਾ, ਤੇ ਕਈਆਂ ਨੇ ਹੋ ਕੇ ਵੀ ਦਿਖਾਇਆ ਬਹੁਤ ਸਾਰੇ ਵਿਦਿਆਰਥੀਆਂ ਨੇ। ਤੇ ਉਹ ਜਿਹੜਾ ਸਮਾਂ ਆ ਨਾ, ਉਹ ਕਿੱਦਾਂ ਦੇ ਮੌਕੇ ਜਿਹੜੇ ਆ ਉਹ ਅਸੀਂ ਬੱਚਿਆਂ ਨੂੰ ਦਿੰਨੇ ਆ। ਬਿਲਕੁਲ, ਕਿਉਂਕਿ ਦੇਖੋ ਨਾ, ਹਰ ਦੇਸ਼, ਹਰ ਕੌਮ ਦੀ ਜਿਹੜੀ ਵੱਡੀ ਸ਼ਕਤੀ ਆ, ਉਹ ਉੱਥੋਂ ਦੀ ਨੌਜਵਾਨ ਪੀੜ੍ਹੀ ਹੁੰਦੀ ਹੈ। ਜਿਹੜਾ ਸਾਡੇ ਇਸ ਵੇਲੇ ਕਾਲਜਾਂ 'ਚ ਯੂਥ ਪੜ੍ਹ ਰਿਹਾ, ਸਾਡੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਿਹਾ, ਇਹ ਸਾਡੀ ਕੌਮ ਦੀ ਸ਼ਕਤੀ ਆ। ਇਹਨਾਂ ਨੇ ਸਾਡੇ ਸਮਾਜ ਨੂੰ ਸੰਭਾਲਣਾ, ਇਹਨਾਂ ਨੇ ਦੇਸ਼ ਨੂੰ ਸੰਭਾਲਣਾ। ਇਹ ਜਿਹੜਾ ਜੋਸ਼ ਆ, ਦੇਖੋ ਹਰਭਜਨ ਹਲਵਾਰਵੀ ਦਾ ਇੱਕ ਸ਼ੇਅਰ ਹੈ ਕਿ ਉਹ ਜੰਮਣਾ ਵੀ ਕਾਹਦਾ ਜੰਮਣਾ, ਉਹ ਜੀਣਾ ਵੀ ਕਾਹਦਾ ਜੀਣਾ, ਜੇ ਨਾ ਖਾਵੇ ਲਹੂ ਉਬਾਲੇ, ਜੇ ਨਾ ਡੌਲੇ ਫਰਕਣ। ਇਹ ਸਾਡੇ ਡੌਲੇ ਫਰਕਦੇ ਆ, ਨੌਜਵਾਨਾਂ ਦੇ ਖੂਨ ਉਬਾਲੇ ਖਾਂਦਾ, ਪਰ ਇਸ ਉਬਾਲੇ ਖਾਂਦੇ ਖੂਨ ਨੂੰ ਤੇ ਇਹਨਾਂ ਫਰਕਦੇ ਡੌਲਿਆਂ ਨੂੰ ਜਿਹੜੀ ਇੱਕ ਦਿਸ਼ਾ ਦੇਣੀ ਆ, ਯਾਨੀ ਕਿ ਉਸ ਜੋਸ਼ ਨੂੰ ਜਿਹੜਾ ਹੋਸ਼ ਦੇਣਾ, ਉਹ ਇਹਨਾਂ ਗਤੀਵਿਧੀਆਂ ਨੇ ਦੇਣਾ। ਉਹ ਇਹਨਾਂ ਮਤਲਬ ਕਿ ਜਿਹੜੀਆਂ ਉਹ ਵੱਖ-ਵੱਖ ਸਟੇਜਾਂ ਤੋਂ ਜਾਣ, ਉਹ ਵੱਖ-ਵੱਖ ਪਲੇਟਫਾਰਮਾਂ ਤੋਂ ਗੁਜ਼ਰ ਕੇ ਜਾਣ, ਉਹਨਾਂ ਨੂੰ ਅਸੀਂ ਕੈਂਪਾਂ ਦੇ ਵਿੱਚ ਲੈ ਕੇ ਜਾਈਏ। ਬਹੁਤ ਵੱਡੇ ਕੈਂਪ ਸਾਡੇ, ਜਿਨ੍ਹਾਂ ਨੂੰ ਅਸੀਂ ਰਾਸ਼ਟਰੀ ਏਕਤਾ ਦੇ ਕੈਂਪ ਵੀ ਕਹਿੰਦੇ ਆ, ਨੈਸ਼ਨਲ ਇੰਟੈਗ੍ਰੇਸ਼ਨ ਦੇ ਜਿਹਨਾਂ ਨੂੰ ਕਹਿੰਦੇ ਆ ਨਾ, ਜਾਂ ਫਿਰ ਉਹਨਾਂ ਦੇ ਯੂਥ ਲੀਡਰਸ਼ਿਪ ਦੇ ਕੈਂਪ ਲੱਗਦੇ ਆ। ਉਹਨਾਂ 'ਚ ਜਦੋਂ ਉੱਥੋਂ ਦੀ ਲੰਘ ਕੇ ਜਾਂਦੇ ਆ ਨਾ, ਫਿਰ ਉਹਨਾਂ ਦਾ ਸਾਰੀ ਜਿਹੜਾ ਜੋਸ਼ ਹੈ ਉਹ ਇੱਕ ਹੋਸ਼ ਦੇ ਨਾਲ, ਇੱਕ ਸ਼ੇਪ, ਉਹਨੂੰ ਇੱਕ ਬਹੁਤ ਵਧੀਆ ਤਰਤੀਬ ਜਿਹੜੀ ਉਹਨੂੰ ਮਿਲ ਜਾਂਦੀ ਹੈ ਨਾ। ਨਹੀਂ ਤਾਂ ਫਿਰ ਸਾਡੇ ਪੱਲੇ ਤੁਸੀਂ ਦੇਖ ਲਓ ਵੀ ਇਸ ਵੇਲੇ ਅਸੀਂ ਕੀ ਭੁਗਤ ਰਹੇ ਹਾਂ। ਇਸ ਵੇਲੇ ਸਾਡਾ ਨੌਜਵਾਨ ਆ ਜਿਹੜਾ ਉਹ ਹਿੰਸਕ ਹੋ ਰਿਹਾ। ਤੁਸੀਂ ਮਤਲਬ ਮੈਂ ਕਿਸੇ ਹੋਰ ਡਾਇਰੈਕਸ਼ਨ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਪਰ ਇੱਕ ਇਸ਼ਾਰਾ ਜ਼ਰੂਰ ਕਰਨਾ ਚਾਹੁੰਦਾ ਕਿ ਇਸ ਵੇਲੇ ਜੇ ਸਾਡੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਹੈ ਤੇ ਉਹਨੂੰ ਜੇ ਖੋ ਸਕਦੇ ਆ ਤਾਂ ਅਸੀਂ ਇਹਨਾਂ ਗਤੀਵਿਧੀਆਂ ਨਾਲ ਹੀ ਖੋ ਸਕਦੇ ਆ ਕਿ ਜੇ ਉਹਨਾਂ ਤੋਂ ਬੰਦੂਕਾਂ ਫੜ ਕੇ ਅਸੀਂ ਤੂੰਬੀਆਂ ਫੜਾਈਏ, ਸਰੰਗੀਆਂ ਫੜਾਈਏ ਉਹਨਾਂ ਨੂੰ, ਹੈਨਾ, ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦੇ ਸਾਜ਼ ਫੜਾਈਏ ਕਿ ਉਹ ਸਰੀਲਾਪਨ ਸਾਡੇ ਸਮਾਜ ਦੇ ਵਿੱਚ ਆਵੇ। ਜਿੱਦਾਂ ਦੀ ਨਾ ਇੱਕ ਕਹਿ ਲਓ ਕਿ ਇੱਕ ਹਵਾ ਤੁਰ ਪੈਂਦੀ ਹੈ, ਉਹਦੇ ਨਾਲ ਫਿਰ ਜਿਹੜਾ ਨਹੀਂ ਵੀ ਉਹਦੇ ਰੰਗ ਵਿੱਚ ਰੰਗਣਾ ਚਾਹੁੰਦਾ ਉਹ ਵੀ ਰੰਗਿਆ ਜਾਂਦਾ। ਹੁਣ 4 ਜਣੇ ਆ, ਉਹ ਜਾਣਾ ਚਾਹੁੰਦੇ ਆ, ਉਹ ਉਸ ਉਸਾਰੂ ਗਤੀਵਿਧੀਆਂ ਵੱਲ ਜਾਣਾ ਚਾਹੁੰਦੇ ਆ। ਜਿਹੜਾ 5ਵਾਂ ਕਹਿੰਦਾ ਉਹ ਛੱਡ ਕੀ ਕਰਨਾ, ਉਹਨੇ ਤੂੰ ਚੱਲ ਤਾਂ ਸਹੀ, ਤੂੰ ਇੱਕ ਵਾਰੀ ਚੱਲ, ਜੇ ਨਹੀਂ ਜੀ ਲੱਗੂਗਾ ਆ ਜੀ ਮੁੜਿਆ। ਤੇ ਉਦੋਂ ਬਾਅਦ ਉਹਦੇ ਵਿੱਚ ਇਦਾਂ ਦਾ ਅਸਰ ਹੁੰਦਾ ਵੀ ਉਹ ਬਾਕੀ 4 ਨੂੰ ਮਾਤ ਪਾ ਜਾਂਦਾ। ਬਿਲਕੁਲ, ਵੀ ਉਹਨੂੰ ਉਹਦੀ ਜਿਹੜੀ ਜ਼ਿੰਦਗੀ ਆ ਉਹਦਾ ਇੱਕ ਟੀਚਾ ਲੱਭ ਜਾਂਦਾ, ਉਹਨੂੰ ਇੱਕ ਗੋਲ ਲੱਭ ਜਾਂਦਾ ਵੀ ਹਾਂ ਮੈਂ ਕਰ ਸਕਦਾ। ਨਹੀਂ, ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਮੰਨ ਲਓ ਕਿ 4 ਜਣੇ ਪਾਰਟਿਸਿਪੇਟ ਕਰਨਾ ਚਾਹੁੰਦੇ, 5ਵਾਂ ਵੀ ਕਰ ਲੈਂਦਾ, ਪਰ ਮੈਂ ਇਸ ਤੋਂ ਵੀ ਅੱਗੇ ਗਿਆ ਕਿਉਂਕਿ ਮੈਂ ਇਹਨਾਂ ਯੂਥ ਫੈਸਟੀਵਲਾਂ ਦੇ ਵਿੱਚੋਂ ਨਾ ਵਿਚ ਰਿਹਾ, ਗਤੀਵਿਧੀਆਂ ਦੇ ਵਿੱਚੋਂ ਜਿਹੜਾ ਸਾਹਮਣੇ 1000 ਬੱਚਾ ਬੈਠਾ ਸੁਣ ਰਿਹਾ, ਦੇਖ ਰਿਹਾ, ਉਹਨੂੰ ਵੀ ਬਹੁਤ ਵਧੀਆ ਸੇਧ ਮਿਲਦੀ ਆ। ਮਤਲਬ ਜਿਹੜੇ ਨੌਜਵਾਨ ਸਾਡੇ ਜਦੋਂ ਕਹਿੰਦੇ ਆ ਨਾ ਕਿ ਗੁਰੂ ਪਾਤਸ਼ਾਹ ਨੇ ਵੀ ਸਾਨੂੰ ਕਿਹਾ ਕਿ ਸਾਨੂੰ ਸੁਣਨਾ ਚਾਹੀਦਾ ਹੈ ਨਾ, ਸਾਨੂੰ ਬੋਲਣਾ ਚਾਹੀਦਾ। ਬੋਲਣਾ ਤਾਂ ਇੰਪੋਰਟੈਂਟ ਹੈ ਹੀ, ਸੁਣਨਾ ਬਹੁਤ ਇੰਪੋਰਟੈਂਟ ਹੈ। ਤੁਸੀਂ ਪਾਰਟਿਸਿਪੇਟ ਨਹੀਂ ਵੀ ਕਰਦੇ ਨਾ, ਤੁਸੀਂ ਉਹਨਾਂ ਗਤੀਵਿਧੀਆਂ ਨੂੰ ਦੇਖੋ, ਉਹਨਾਂ ਨੂੰ ਵਾਚੋ। ਜੇ ਕੋਈ ਕਵਿਤਾ ਤੁਹਾਨੂੰ ਸੁਣਾਉਂਦਾ ਉਹ ਸੁਣੋ, ਜੇ ਕੋਈ ਗੀਤ ਸੁਣਾਉਂਦਾ ਉਹ ਸੁਣੋ, ਜੇ ਕੋਈ ਨਾਟਕ ਤੁਹਾਡੇ ਸਾਹਮਣੇ ਚੱਲ ਰਿਹਾ ਉਹਨੂੰ ਚੰਗੀ ਤਰ੍ਹਾਂ ਤੁਸੀਂ ਦੇਖੋ, ਹੈ ਨਾ, ਸੁਣੋ।
ਤਾਂ ਉਹਦੇ ਨਾਲ ਵੀ ਤੁਹਾਡੀ ਸ਼ਖਸੀਅਤ ਦੇ ਵਿੱਚ ਇੱਕ ਨਿਖਾਰ ਆਉਂਦਾ ਕਿ ਤੁਹਾਡੇ 'ਚ ਇੱਕ ਸਬਰ ਪਹਿਲਾਂ ਆ ਜਾਂਦਾ, ਸੁਣਨ ਵਾਲਾ ਸਬਰ। ਸਰੋਤਾ ਜਿਹੜਾ ਬਹੁਤ ਵੱਡੀ ਸ਼ਕਤੀ ਹੁੰਦਾ, ਤੇ ਸਰੋਤੇ ਦੀ ਜਿਹੜੀ ਅੰਦਰਲੀ ਸ਼ਖਸੀਅਤ ਹੁੰਦੀ ਹੈ ਨਾ, ਉਹ ਸੁਣ ਕੇ ਬਹੁਤ ਜ਼ਿਆਦਾ ਉੱਭਰਦੀ ਆ। ਸੋ ਇਹ ਯੂਥ ਫੈਸਟੀਵਲਾਂ ਦਾ ਜਾਂ ਇਹਨਾਂ ਗਤੀਵਿਧੀਆਂ ਦਾ ਸਭ ਤੋਂ ਵੱਡਾ ਫਾਇਦਾ ਇਹ ਆ ਵੀ ਇਹਨਾਂ 'ਚ ਜਿਹੜੇ ਪਾਰਟਿਸਿਪੇਟ ਨਹੀਂ ਵੀ ਕਰਦੇ, ਸਿਰਫ ਦੇਖਦੇ ਆ, ਉਹ ਵੀ ਇਹਨਾਂ ਤੋਂ ਬਹੁਤ ਕੁਝ ਬੈਨੀਫਿਟ ਲੈਂਦੇ। ਬਿਲਕੁਲ। ਤੇ ਉਹ ਜਿਹੜੀ ਚੀਜ਼ ਜਿਹੜਾ ਪਿੱਛੇ ਹੈ ਤੇ ਜਿਹੜਾ ਸਟੇਜ ਦੇ ਉੱਤੇ ਉਸ ਵੇਲੇ ਜਿਹੜੇ ਰੰਗ ਕਰਮੀ ਦੇ ਤੌਰ ਦੇ ਉੱਤੇ ਵਿਦਿਆਰਥੀ ਨੇ, ਭਾਵੇਂ ਨਾਟਕ ਚੱਲ ਰਿਹਾ, ਉਹਦਾ ਮੰਚਨ ਚੱਲ ਰਿਹਾ, ਉਹ ਕੋਈ ਇਹੋ ਜਿਹਾ ਸੀਨ ਹੈ ਜਿਹਨੂੰ ਹੱਲਾਸ਼ੇਰੀ ਚਾਹੀਦੀ ਹੈ, ਉਦੋਂ ਉਹ ਜਿਹੜਾ ਹਜ਼ਾਰ ਸਾਹਮਣੇ ਬੈਠਾ ਹੈ ਉਹ ਉਹਨਾਂ ਦਾ ਜੋਸ਼ ਬਣ ਕੇ ਵੀ ਬਹਿੰਦਾ, ਜੋਸ਼ ਬਣ ਕੇ ਵੀ ਬਹਿੰਦਾ। ਔਰ ਜਿਹੜਾ ਉਹ ਮੈਸੇਜ ਦਿੰਦੇ ਉਹਨਾਂ ਤੱਕ ਜਾਂਦਾ, ਉਹ ਮੈਸੇਜ ਆਪਣੇ ਘਰਾਂ, ਉਹ ਸਾਡੇ ਇਨਵੈਸਟਰ ਬਣਦੇ ਆ। ਮਤਲਬ ਅਸੀਂ ਇੱਕ ਨਾਟਕ ਦੇ ਰਾਹੀਂ ਮੰਨ ਲਓ ਇੱਕ ਸੁਨੇਹਾ ਦਿੱਤਾ ਕਿ ਨਸ਼ੇ ਆ ਜਿਹੜੇ ਉਹ ਬਹੁਤ ਭੈੜੀ ਚੀਜ਼ ਹੈ, ਨਸ਼ੇ ਨਹੀਂ ਵਰਤਣੇ ਚਾਹੀਦੇ, ਨਸ਼ਿਆਂ ਦੇ ਨਾਲ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਨਸ਼ਿਆਂ ਦੇ ਨਾਲ ਪਰਿਵਾਰ ਦੇ ਪਰਿਵਾਰ ਆ ਜਿਹੜੇ ਤਬਾਹ ਹੋ ਜਾਂਦੇ ਆ ਨਾ। ਉਹ ਜਿਹੜਾ ਸੁਨੇਹਾ ਹੈ ਉਹ 1000 ਸਾਹਮਣੇ ਬੈਠਾ ਵਿਦਿਆਰਥੀ ਆ, 2000 ਹੈ, ਉਹਦੇ ਤੱਕ ਜਾਂਦਾ। ਫਿਰ ਉਹ ਸਾਡੇ ਇਨਵੈਸਟਰ ਬਣਦੇ ਆ, ਉਹ ਆਪਣੇ ਪਰਿਵਾਰਾਂ 'ਚ ਜਾ ਕੇ ਗੱਲ ਕਰਦੇ ਆ ਵੀ ਪਰਿਵਾਰਾਂ ਦੇ ਆਪਦੇ ਦੂਜੇ ਮੈਂਬਰਾਂ ਨੂੰ ਸਮਝਾਉਂਦੇ ਆ ਵੀ ਅਸੀਂ ਆਹ ਕੁਝ ਦੇਖਿਆ। ਇਸ ਕਰਕੇ ਇਹ ਜਿਹੜੀਆਂ ਗਤੀਵਿਧੀਆਂ, ਇਹਨਾਂ ਦੀਆਂ ਜਿਹੜੀਆਂ ਟਾਹਣੀਆਂ ਨਾ, ਇਹਨਾਂ ਦੇ ਜਿਹੜੇ ਫੁੱਲ, ਇਹਨਾਂ ਦੇ ਪੱਤੇ ਜਿਹੜੇ ਕਿੰਨੇ ਫੈਲਦੇ ਆ, ਤੇ ਉਹਦਾ ਸਮਾਜ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ। ਇਹੀ ਸਮਾਜ ਹੈ ਜਿਹਨੇ ਉਹਨਾਂ ਨੂੰ ਇੱਕ ਚੰਗੀ ਸੇਧ ਦੇਣੀ ਹੈ, ਇਹੀ ਸਮਾਜ ਜਿਹਦੇ ਵਿੱਚ ਉਹਨਾਂ ਨੇ ਆਪਣੀ ਚੰਗੀ ਸੇਧ ਲੈ ਕੇ ਜਾਣੀ ਹੈ ਤੇ ਕਈਆਂ ਨੂੰ ਹੋਰ ਰਾਹ ਪਾਉਣਾ। ਬਿਲਕੁਲ। ਤੇ ਹੋਰ ਗੱਲਾਂ ਵਿੱਚੋਂ ਜਿਹੜੀ ਗੱਲ ਨਿਕਲਦੀ ਹੈ ਉਹਦੇ ਵਿੱਚੋਂ ਇਹ ਹੈ ਵੀ ਤੁਸੀਂ ਬਹੁਤ ਸਾਰੇ ਅਜਿਹੇ ਕੰਪੀਟੀਸ਼ਨ ਜਿਹੜੇ ਉਹ ਲਿਖ ਕੇ ਨਵੇਂ ਵੀ ਜਿਹਦੇ ਨਾਲ ਜੇ ਕੋਈ ਪਿੰਡ ਦਾ ਬੱਚਾ ਆ, ਜਿਹੜਾ ਪਿੰਡੂ ਮਾਹੌਲ ਦਾ ਬੱਚਾ ਆ, ਉਹ ਵੀ ਆਪਣੀ ਪ੍ਰਤਿਭਾ ਨੂੰ ਨਿਖਾਰ ਕੇ ਸਾਹਮਣੇ ਲਿਆਵੇ, ਤੇ ਜਿਹੜਾ ਸ਼ਹਿਰੀ ਆ ਜਿਹਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ, ਨਹੀਂ ਪਤਾ ਇਹਨਾਂ ਦੇ ਨਾਂ ਕੀ ਨੇ, ਨਹੀਂ ਪਤਾ ਗੁੱਲ ਕਿਹਨੂੰ ਕਹਿੰਦੇ ਨੇ, ਨਹੀਂ ਪਤਾ ਮਧਾਣੀ ਕੀ ਆ, ਉਹਨੂੰ ਉਹਨਾਂ ਦੇ ਨਾਂ ਤਾਂ ਪਤਾ ਲੱਗੇ ਘੱਟੋ ਘੱਟ। ਇਹ ਜਿਹੜੇ ਇਹ ਕੰਪੀਟੀਸ਼ਨ ਸ਼ੁਰੂ ਕਰਨ ਦਾ ਮਕਸਦ ਹੀ ਇਹ ਸੀਗਾ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਦੋਂ ਗਿਆ ਤੇ ਮੈਂ ਸਭ ਤੋਂ ਪਹਿਲਾਂ ਇਹੀ ਸੋਚਿਆ ਕਿ ਸਾਡੇ ਕੋਲ ਤਾਂ 2-2.5 ਲੱਖ ਵਿਦਿਆਰਥੀ ਉਹ ਜਿਹੜੇ ਪਿੰਡਾਂ ਦੇ ਨਾਲ ਸੰਬੰਧ ਰੱਖਦੇ ਆ, ਹਨਾ। ਪੰਜਾਬ ਦੇ ਸਾਡੇ ਕੋਲ 7-8 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਸਾਡੇ ਕਾਲਜ ਆ, 200 ਕਾਲਜ ਆ ਪੰਜਾਬ ਯੂਨੀਵਰਸਿਟੀ ਦੇ। ਉਹ ਉੱਥੋਂ ਮਤਲਬ ਉਹਨਾਂ ਵਿਦਿਆਰਥੀਆਂ ਦੀ ਜਿਹੜੀ ਕਲਾ ਨਾ, ਠੀਕ ਹੈ, ਉਹ ਦੂਜੀਆਂ ਆਈਟਮਾਂ ਨਹੀਂ ਕਰ ਸਕਦੇ, ਉਹ ਕਲਾਸੀਕਲ ਡਾਂਸ ਨਹੀਂ ਕਰ ਸਕਦੇ, ਕਲਾਸੀਕਲ ਰਾਗ ਦੇ ਵਿੱਚ ਉਹਨਾਂ ਦੀ ਨਹੀਂ ਕੋਈ ਮਹਾਰਤ, ਲੇਕਿਨ ਉਹਨਾਂ ਕੋਲ ਇੱਕ ਮਹਾਰਤ ਤਾਂ ਹੈ ਕਿ ਉਹਨਾਂ ਨੇ ਪੇਂਡੂ ਸੱਭਿਆਚਾਰ ਨੂੰ ਦੇਖਿਆ। ਔਰ ਸਾਡੇ ਪਿੰਡਾਂ ਦੇ ਸੱਭਿਆਚਾਰ ਦੇ ਵਿੱਚ ਸਾਡਾ ਜੀਵਨ ਧੜਕਦਾ। ਸਾਡੇ ਕੋਲ ਬਹੁਤ ਸਾਰੀਆਂ ਕਲਾਵਾਂ ਜਿਹੜੀਆਂ ਅਲੋਪ ਹੋ ਗਈਆਂ। ਅੱਗੇ ਕੁੜੀਆਂ ਪੀੜੀ ਬੁਣਦੀਆਂ ਸੀ, ਪੱਖੀ ਬੁਣਦੀਆਂ ਸੀ, ਗੁੱਤ ਦੇ ਪਰਾਂਦੇ ਅੱਗੇ ਬੁਣਦੀਆਂ ਸੀ ਨਾ, ਖਿੱਦੋ ਬਣਾਈ ਜਾਂਦੀ ਸੀ ਨਾ। ਮਤਲਬ ਅਸੀਂ ਇਹ ਸਾਰੇ ਕੰਪੀਟੀਸ਼ਨ ਸ਼ਾਮਲ ਕਰਦੇ, ਰੰਗ ਬਰੰਗੇ ਨਾਲੇ ਟੋਕਰੇ ਬਣਾਉਣੇ, ਨਾਲੇ ਬੁਣਨੇ, ਇਹ ਸਾਰਾ ਅਸੀਂ ਕੰਪੀਟੀਸ਼ਨ ਦੇ ਵਿੱਚ ਕਰਤਾ ਵੀ ਇਹਨੂੰ ਕੰਪੀਟੀਸ਼ਨ 'ਚ ਕਰ ਦਿਓ ਬੱਚਿਆਂ ਲਈ। ਨਾਲੇ ਤਾਂ ਬਹੁਤ ਸੌਖਾ ਤਰੀਕਾ ਹੋ ਗਿਆ ਕਿ ਉਹ ਬਹੁਤ ਮਤਲਬ ਬਿਨਾਂ ਕਿਸੇ ਕੀਮਤ ਤੋਂ, ਬਿਨਾਂ ਕਿਸੇ ਪੈਸੇ ਖਰਚੇ ਇਹਨਾਂ ਕਲਾਵਾਂ ਨੂੰ ਸਿੱਖ ਲੈਂਦੇ ਆ। ਦੂਸਰਾ ਜਿਹੜੀ ਸਭ ਤੋਂ ਵੱਡੀ ਇੰਪੋਰਟੈਂਸ ਹੈ ਕਿ ਸਾਨੂੰ ਇਸ ਯੁੱਗ 'ਚ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਾਨੂੰ ਸਾਡੇ ਸੱਭਿਆਚਾਰ ਨੇ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਜਿਹੜੀਆਂ ਸਾਡੇ ਲਈ ਸਿੱਖਿਆ ਦਾ ਇੱਕ ਬਣੀਆਂ। ਇਨਫਾਰਮਲ ਐਜੂਕੇਸ਼ਨ ਹੁਣ ਜਿਹੜੇ ਵੇਖ ਰਹੇ ਨੇ ਉਹ ਵੀ ਵੇਖਦੇ ਹੋਣੇ ਆ, ਉਹ ਕਹਿੰਦੇ ਹੋਣੇ ਆ ਵੀ ਹੁਣ ਤਾਂ ਦੁਨੀਆ ਚੰਦ ਤੇ ਪਹੁੰਚ ਗਈ, ਹਾਲੇ ਵੀ ਨਾਲੇ ਬੁਣੀ ਜਾਂਦੇ ਆ। ਨਹੀਂ, ਚੰਦ ਤੇ ਪਹੁੰਚ ਜਾਓ, ਲੇਕਿਨ ਚੰਦ ਤੇ ਪਹੁੰਚ ਕੇ ਵੀ ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੀ ਸਾਡੇ ਬਜ਼ੁਰਗਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਨਾ, ਮੰਨ ਲਓ ਕੁੜੀ ਪੀੜੀ ਬੁਣਦੀ ਆ ਅਸਲ 'ਚ, ਜਾਂ ਫੁਲਕਾਰੀ ਕੱਢਦੀ ਆ, ਜਾਂ ਬਾਗ ਕੱਢਦੀ ਆ, ਅਸਲ ਦੇ ਵਿੱਚ ਉਹ ਇੱਕ ਕੰਮ ਨਹੀਂ ਕਰ ਰਹੀ ਹੁੰਦੀ, ਉਹ ਆਪਣੀ ਜ਼ਿੰਦਗੀ ਦੀ ਬੁਣਤੀ ਬੁਣ ਰਹੀ ਹੁੰਦੀ। ਉਹ ਜ਼ਿੰਦਗੀ ਨੂੰ ਕਿਵੇਂ ਸੇਧ ਦੇਣੀ ਹੈ, ਤਰਤੀਬ ਜ਼ਿੰਦਗੀ ਨੂੰ ਕਿਵੇਂ ਦੇਣੀ ਹੈ। ਜਿਹੜੀ ਕੁੜੀ ਨੇ ਪੀੜੀ ਬੁਣ ਲਈ, ਉਹ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਵੀ ਵਧੀਆ ਤਰੀਕੇ ਨਾਲ ਚਲਾਉਂਦੀ, ਠੀਕ ਹੈ। ਜਿਹੜੀ ਕੁੜੀ ਰੋੜੇ ਖੇਡ ਲਈ, ਮਤਲਬ ਰੋੜੇ ਖੇਡਣਾ ਸਾਡਾ ਇੱਕ ਗੇਮ ਆ ਸਾਡੀ, ਹੈ ਨਾ, ਪਿੰਡੂ, ਜਿਹੜੀ ਹੁਣ ਲੋਪ ਹੋ ਗਈ ਆ। ਜਿਹੜੀ ਕੁੜੀ ਰੋੜੇ ਖੇਡ ਲਈ, ਜਿਹਨੇ 5 ਰੋੜੇ ਹਵਾ 'ਚ ਛਾਲ ਲਏ, ਉਹ ਜ਼ਿੰਦਗੀ ਦੇ ਕਿਸੇ ਵੀ ਰਿਸ਼ਤੇ ਨੂੰ ਡੋਲਣ ਨਹੀਂ ਦਿੰਦੀ। ਉਹਨੂੰ ਪਤਾ ਕਿ ਸਾਰਿਆਂ ਨੂੰ ਬੈਲੈਂਸ ਕਿਵੇਂ ਰੱਖਣਾ। ਇਹ ਜਿਹੜਾ ਸਾਰਾ ਸਾਨੂੰ ਸਿੱਖਿਆ ਦਿੱਤੀ ਸਾਡੇ ਬਜ਼ੁਰਗਾਂ ਨੇ, ਉਹ ਇਹਨਾਂ ਚੀਜ਼ਾਂ ਦੇ ਵਿੱਚ ਪਈ ਆ, ਤੇ ਅਸੀਂ ਇਹਨਾਂ ਦੇ ਨਾਲ ਸਾਡੇ ਵਿਦਿਆਰਥੀਆਂ ਨੂੰ ਜੋੜਿਆ। ਤੇ ਔਰ ਮੰਨ ਲਓ ਕਿ ਜਿਹੜੇ ਮੁੰਡੇ ਨੇ ਜਾਂ ਕੁੜੀ ਨੇ ਰੱਸਾ ਵੱਟ ਲਿਆ, ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇੱਕ ਲੜਾ ਜਿਹੜਾ ਉਹਦੀ ਤਾਕਤ ਕਿੰਨੀ ਹੁੰਦੀ ਹੈ, ਤੇ ਜਦੋਂ 2 ਲੜ ਜੁੜ ਜਾਂਦੇ ਆ ਤਾਂ ਉਹਨਾਂ ਦੀ ਤਾਕਤ ਡਬਲ ਹੋ ਜਾਂਦੀ ਆ। ਜੇ 3 ਲੜੀਆਂ ਰੱਸਾ ਤਾਂ 3 ਜਦੋਂ ਜੁੜ ਗਏ ਤਾਂ ਉਹਨਾਂ ਦੀ ਤਾਕਤ ਹੋਰ ਮਤਲਬ ਸਟਰੋਂਗ ਹੋ ਗਈ। ਇਹ ਸਾਡੇ ਮਤਲਬ ਬਜ਼ੁਰਗਾਂ ਨੇ ਸਾਡੇ ਮਨਾਂ ਦੇ ਵਿੱਚ ਸਾਈਕੋਲੋਜੀਕਲੀ ਕਿਵੇਂ ਨਾ ਕਿਵੇਂ ਪਾਇਆ ਸੀਗਾ, ਤੇ ਅਸੀਂ ਇਹਨੂੰ ਜਿਉਂਦਾ ਜਾਗਦਾ ਰੱਖਣਾ ਚਾਹੁੰਦੇ ਆ। ਠੀਕ ਹੈ, ਇਹਦੇ ਨਾਲ ਤਰੱਕੀ ਕਰੋ, ਚੰਦ ਤੇ ਪਹੁੰਚੋ, ਇੰਜੀਨੀਅਰਿੰਗ 'ਚ ਜਾਓ, ਸਾਇੰਸ 'ਚ ਜਾਓ, ਲੇਕਿਨ ਆਪਦੀਆਂ ਜੜਾਂ ਦੇ ਨਾਲ ਜੁੜ ਕੇ ਬੰਦਾ ਰਹਿੰਦਾ। ਜਿਵੇਂ ਸੰਤ ਰਾਮਦਾਸ ਜੀ ਨੇ ਲਿਖਿਆ ਨਾ ਕਿ ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨਹੀਂ, ਮੈਨੂੰ ਕਿਹੜੀਆਂ ਵਲੈਤਾਂ 'ਚ ਉਧਾਰ ਨਹੀਂ, ਕਰੇ ਜੋਦੜੀ ਨਹੀਂ ਇੱਕ ਦਰਵੇਸ਼, ਮੈਨੂੰ ਰਹਿਣ ਦੇ ਨਹੀਂ ਵਾਏ ਮੇਰੇ ਦੇਸ਼, ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਦੇ, ਘੱਟ ਮੰਡੀ ਵਿੱਚ ਮੁੱਲ ਪੈਂਦਾ ਪਹਿਣ ਦੇ, ਰਹਿਣ ਦੇ ਨਹੀਂ ਵਾਏ ਮੈਨੂੰ ਮੇਰੇ ਦੇਸ਼ ਰਹਿਣ ਦੇ। ਇਹ ਤਾਂ ਮਤਲਬ ਸੀ ਕਿ ਜਦੋਂ ਪਿੰਡ ਰਹਿਣਾ, ਆਪਦੇ ਦੇਸ਼ ਦੇ ਵਿੱਚ ਰਹਿਣਾ, ਤੁਸੀਂ ਵਿਦੇਸ਼ ਜਾਓ, ਤਰੱਕੀ ਕਰੋ, ਲੇਕਿਨ ਤੁਹਾਡੇ ਵਿੱਚ ਉਹ ਕਦਰਾਂ ਕੀਮਤਾਂ ਤੁਹਾਡੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਤੁਹਾਡਾ ਉੱਥੇ ਜਾ ਕੇ ਵੀ ਮੁੱਲ ਪਾਉਂਦੇ। ਉਹ ਕਦਰਾਂ ਕੀਮਤਾਂ ਨੂੰ ਕਦੇ ਨਹੀਂ ਮਰਨ ਦੇਣਾ ਚਾਹੀਦਾ।
ਇਹ ਕਦਰਾਂ ਕੀਮਤਾਂ ਜਿਹੜੀਆਂ ਨੇ ਜਿਉਂਦੀਆਂ ਜਾਗਦੀਆਂ ਤਾਂ ਹੀ ਰੱਖਾਂਗੇ ਜੇ ਅਸੀਂ ਉਹ ਜਵਾਨੀ ਜਿਹੜੀ ਚਿੱਟੇ ਜਹਾਜ਼ਾਂ 'ਚ ਬਹਿ ਕੇ ਤੇ ਦੌੜੀ ਜਾਂਦੀ ਬਾਹਰ ਨੂੰ, ਉਹਨਾਂ ਨੂੰ ਕਿਵੇਂ ਰੋਕਾਂਗੇ ਵੀ ਨਹੀਂ ਹਾਂ ਇੱਦਾਂ ਨਾ ਕਰੋ, ਇੱਧਰ ਛੱਡ ਕੇ ਉੱਧਰ ਨਾ ਜਾਓ, ਇੱਥੇ ਬਹੁਤ ਕੁਝ ਅਜਿਹਾ ਹੈਗਾ ਜਿਹੜਾ ਤੁਹਾਡੀ ਤਵੱਜੋ ਮੰਗਦਾ, ਤੁਸੀਂ ਕਰ ਸਕਦੇ ਹੋ। ਨਹੀਂ ਦੇਖੋ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਜੇ ਨੌਜਵਾਨ ਸਾਡੇ ਬਾਹਰ ਜਾ ਰਹੇ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਕਿ ਜਾਂ ਤਾਂ ਰੁਜ਼ਗਾਰ ਨਹੀਂ ਮਿਲ ਰਿਹਾ ਜੀ, ਇਸ ਕਰਕੇ ਜਾ ਰਹੇ ਆ, ਫਰਸਟ੍ਰੇਸ਼ਨ ਆ ਉਹਨਾਂ ਦੇ ਮਨ ਦੇ ਵਿੱਚ। ਦੂਸਰਾ ਕਿਤੇ ਨਾ ਕਿਤੇ ਇਹ ਗੱਲ ਵੀ ਪਈ ਆ ਕਿ ਇਸ ਵੇਲੇ ਮੀਡੀਆ ਦਾ ਯੁੱਗ ਹੈ ਤੇ ਐਕਸਪੋਜ਼ਰ ਇੰਨਾ ਜ਼ਿਆਦਾ ਮਿਲ ਗਿਆ, ਉਹਨਾਂ ਨੂੰ ਲੱਗਦਾ ਕਿ ਉਧਰ ਜ਼ਿੰਦਗੀ ਬਹੁਤ ਸੌਖੀ ਹੈ ਕਿ ਖਮਨੀ ਡਾਲਰ ਇਸ ਤਰ੍ਹਾਂ ਹੀ ਮਿਲ ਜਾਂਦੇ ਆ ਨਾ, ਜਦੋਂ ਕਿ ਮਿਹਨਤ ਉਧਰ ਜਾ ਕੇ ਵੀ ਕਰਨੀ ਪੈਂਦੀ ਹੈ। ਪਰ ਮੈਂ ਇਸ ਗੱਲ ਦੇ ਵੀ ਹੱਕ 'ਚ ਹਾਂ ਕਿ ਸਾਡੇ ਆਪਣੇ ਦੇਸ਼ ਦੇ ਵਿੱਚ ਵੀ ਬਹੁਤ ਕੁਝ ਪਿਆ ਜੀ। ਸਾਡਾ ਦੇਸ਼ ਇਸ ਤਰ੍ਹਾਂ ਦਾ ਨਹੀਂ, ਅਸੀਂ ਬਹੁਤ ਹੀ ਅਮੀਰ ਪਰੰਪਰਾਵਾਂ ਦੇ ਮਤਲਬ ਅਸੀਂ ਹੈਗੇ ਆ ਜਿਨ੍ਹਾਂ ਦੇ ਵਿੱਚ ਅਸੀਂ ਰਹਿੰਦੇ ਆ, ਤੇ ਜੇ ਅਸੀਂ ਇੱਥੇ ਮਿਹਨਤ ਕਰੀਏ, ਜੇ ਸਾਡੀਆਂ ਸਰਕਾਰਾਂ ਇਸ ਪਾਸੇ ਤਵੱਜੋ ਦੇਣ ਥੋੜੀ ਜੀ ਕਿ ਸਾਡੇ ਨੌਜਵਾਨਾਂ ਨੂੰ ਉਹਨਾਂ ਦਾ ਬਣਦਾ ਕੰਮ ਮਿਲੇ, ਮਤਲਬ ਉਹ ਕੰਮ ਕਰਕੇ ਖੁਸ਼ ਹੈ, ਕੰਮ ਨਾਲ ਕਮਾਈ ਕਰਕੇ ਸਾਡਾ ਨੌਜਵਾਨ ਜਿਹੜਾ ਉਹ ਸੰਤੁਸ਼ਟ ਹੈ, ਤੇ ਅਸੀਂ ਇਸ ਤਰ੍ਹਾਂ ਦੇ ਰੋਜ਼ਗਾਰ ਦੇ ਸਾਧਨ ਆ ਜਿਹੜੇ ਉਹ ਪੈਦਾ ਕਰੀਏ, ਰੋਜ਼ਗਾਰ ਦੇ ਮੌਕੇ ਨੌਜਵਾਨਾਂ ਨੂੰ ਦਈਏ ਤਾਂ ਉਹ ਬਾਹਰ ਨਹੀਂ ਜਾਣਗੇ। ਕਿਉਂਕਿ ਇਸ ਵੇਲੇ ਵੀ ਤੁਸੀਂ ਦੇਖ ਲਓ, ਮੈਂ ਜੇ ਪੰਜਾਬ ਦੀ ਗੱਲ ਕਰਾਂ ਤੇ ਤੁਹਾਡੇ ਸਾਹਮਣੇ ਤਾਂ ਪੰਜਾਬ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਵੇਲੇ ਅੱਗੇ ਆ, ਮਤਲਬ ਸਾਡੇ ਜਿਹੜੇ ਵਿਦਿਆਰਥੀ ਆ ਉਹ ਟੌਪਰ ਵੀ ਆ, ਐਜੂਕੇਸ਼ਨ ਦੇ ਵਿੱਚ ਵੀ ਟੌਪਰ ਹੈ, ਅਸੀਂ ਖੇਤੀਬਾੜੀ ਦੇ ਵਿੱਚ ਵੀ ਅੱਗੇ ਹਾਂ। ਤੁਸੀਂ ਜਿਹੜੀ ਮਰਜ਼ੀ ਪ੍ਰੋਡਕਸ਼ਨ ਲੈ ਲਓ, ਕਣਕ ਦੀ ਲੈ ਲਓ, ਝੋਨੇ ਦੀ ਲੈ ਲਓ, ਸ਼ਹਿਦ ਦੀ ਲੈ ਲਓ, ਮਤਲਬ ਅਸੀਂ ਉਹਨਾਂ ਸਾਰੀਆਂ ਦੀਆਂ ਸਾਰੀਆਂ ਪ੍ਰੋਡਕਸ਼ਨਾਂ ਦੇ ਵਿੱਚ ਅੱਗੇ ਜਾ ਰਹੇ ਹਾਂ। ਇਹਦਾ ਮਤਲਬ ਇਹ ਹੈ ਵੀ ਅਸੀਂ ਮਿਹਨਤੀ ਹਾਂ, ਤਾਂ ਹੀ ਇਹ ਹੋਇਆ ਨਾ ਸਾਰਾ ਕੁਝ। ਤੇ ਜੇ ਉਹ ਮਿਹਨਤ ਦਾ ਮੁੱਲ ਇੱਥੇ ਪੈਣ ਲੱਗ ਜੇ ਤੇ ਫਿਰ ਸਾਡੇ ਨੌਜਵਾਨ ਕਿਤੇ ਬਾਹਰ ਨਹੀਂ ਜਾਣ। ਜੀ, ਸਾਡੇ ਕੋਲ ਕਿੰਨੀਆਂ ਸਾਰੀਆਂ ਉਦਾਹਰਨਾਂ ਇਹੋ ਜਿਹੀਆਂ ਨੇ। ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਤੋਂ ਬੱਚਿਆਂ ਨੇ ਜਿਹੜੀ ਪੜ੍ਹਾਈ ਕੀਤੀ ਹੈ, ਜਿਹੜੇ ਇੱਕ ਖਾਸ ਖਿੱਤੇ ਦੀ ਪੜ੍ਹਾਈ ਕੀਤੀ ਹੈ, ਉਦੋਂ ਬਾਅਦ ਉਹਨਾਂ ਵਿਦਿਆਰਥੀਆਂ ਨੇ ਸੋਚਿਆ ਵੀ ਬਾਹਰ ਨਹੀਂ ਜਾਣਾ, ਇਹਨੂੰ ਹੀ ਕੰਮ ਕਰਨਾ ਹੈ, ਆਪਣੇ ਖੇਤ ਦਾ ਹੀ ਗੰਨਾ ਤੇ ਆਪਣੇ ਹੀ ਘਰੇ ਫੈਕਟਰੀ ਲਾ ਕੇ ਤੇ ਉਹਦੀਆਂ ਵੱਖਰੀਆਂ ਜਿਹੜੀਆਂ ਨੇ ਉਹ ਪ੍ਰੋਡਕਟਸ ਜਿਹਨੂੰ ਕਹਿ ਦਿੰਦੇ ਉਤਪਾਦ ਬਣਦੇ ਪਏ ਆ, ਇੱਥੇ ਖਪਤ ਆ, ਤੇ ਹੁਣ ਇੱਥੋਂ ਤੱਕ ਖਪਤ ਆ ਵੀ ਉਹ ਐਕਸਪੋਰਟ ਹੋ ਰਿਹਾ। ਨਹੀਂ ਹੋ ਰਹੇ ਆ ਬਹੁਤ ਸਾਰੇ ਨੌਜਵਾਨ ਔਰ ਬਹੁਤ ਸਾਰੇ ਮੈਂ ਲੇਡੀ ਸਾਡੀਆਂ ਬਹੁਤ ਕੰਮ ਕਰ ਰਹੀਆਂ ਜੀ, ਮਤਲਬ ਜਿਹੜੇ ਸੈਲਫ ਹੈਲਪ ਗਰੁੱਪ ਬਣੇ ਆ ਉਹਨਾਂ ਨੇ ਕਮਾਲ ਕੀਤੀ ਪਈ ਹੈ ਇਹਨਾਂ ਕੰਮਾਂ ਦੇ ਵਿੱਚ, ਮਤਲਬ ਉਹਨਾਂ ਨੇ ਨਵੀਆਂ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਲਿਆ ਕੇ ਰੱਖਤੀਆਂ ਨਾ, ਪਰ ਸਿਰਫ ਮੌਕਾ ਚਾਹੀਦਾ ਕਿ ਉਹਨਾਂ ਦੀ ਉਸ ਮਿਹਨਤ ਦਾ ਮੁੱਲ ਉਹਨਾਂ ਨੂੰ ਜੇ ਬਣਦਾ ਮਿਲ ਜੇ ਨਾ, ਫਿਰ ਉਹ ਕਿਤੇ ਨਹੀਂ ਜਾਂਦੇ। ਕਿਹੜੇ ਬੰਦੇ ਦਾ ਜੀ ਕਰਦਾ ਵੀ ਆਪਣੇ ਮਾਂ-ਬਾਪ ਨੂੰ ਛੱਡ ਕੇ ਜਾਵੇ, ਆਪਣੇ ਭੈਣ ਭਰਾਵਾਂ ਨੂੰ ਛੱਡ ਕੇ ਜਾਵੇ, ਬੰਦਾ ਤਰਸਦਾ ਰਹਿੰਦਾ। ਮਤਲਬ ਉੱਥੇ ਜਾ ਕੇ ਵੀ ਉਹਨਾਂ ਦੀ ਜਿਹੜੀ ਵਿਰਤੀ ਆ ਉਹ ਤਾਂ ਪੰਜਾਬ ਦੇ ਵਿੱਚ ਹੀ ਰਹਿੰਦੀ, ਆਪਣੇ ਘਰਾਂ ਦੇ ਵਿੱਚ ਰਹਿੰਦੀ ਹੈ ਨਾ, ਸਾਡੀ ਰੂਹ ਵਸਦੀ ਪੰਜਾਬ ਹੈ ਨਾ, ਅਸੀਂ ਰਹੀਏ ਜਿੱਥੇ ਮਰਜ਼ੀ। ਇਸ ਕਰਕੇ ਜਦੋਂ ਇੱਥੇ ਉਹਨਾਂ ਨੂੰ ਮੌਕੇ ਮਿਲ ਜਾਣਗੇ ਤਾਂ ਉਹ ਹੋਰ ਵੀ ਇਨੋਵੇਸ਼ਨ ਹੈ ਜਿਹੜੀ ਸਾਹਮਣੇ ਆਊਗੀ। ਤੇ ਇਹ ਜਿਹੜੇ ਮੌਕੇ ਇਹਨਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਇਹੀ ਉਸਾਰੂ ਗਤੀਵਿਧੀਆਂ ਤੋਂ ਹੁੰਦੀ ਹੈ, ਜਦੋਂ ਸਕੂਲਾਂ 'ਚ ਜਾਈਦਾ, ਜਦੋਂ ਕਾਲਜਾਂ 'ਚ ਜਾਈਦਾ, ਤੇ ਉਹ ਜਿਹੜੀਆਂ ਗਤੀਵਿਧੀਆਂ ਨੇ ਜੇ ਅਸੀਂ ਕਹਿੰਦੇ ਆ ਗਤੀਵਿਧੀਆਂ ਦੇ ਨਾਲ ਮੈਂ ਇੱਕ ਹੋਰ ਗੱਲ ਜੋੜ ਕੇ ਦੱਸਦਾ ਤੁਹਾਨੂੰ, ਮਤਲਬ ਜੇ ਵਿਦੇਸ਼ਾਂ 'ਚ ਵੀ ਗਏ ਨਾ, ਇਸ ਵੇਲੇ ਸਾਡੇ ਨੌਜਵਾਨ ਜਿਹੜੇ ਜਾਂ ਮੁੰਡੇ ਜਾਂ ਕੁੜੀਆਂ ਜਿਹੜੇ ਇਹਨਾਂ ਯੂਥ ਫੈਸਟੀਵਲਾਂ ਦੇ ਵਿੱਚੋਂ ਗਏ ਆ ਨਾ, ਭੰਗੜਾ ਪਾਉਂਦੇ ਗਏ, ਗਿੱਧਾ ਪਾਉਂਦੇ ਗਏ, ਨਾਟਕ ਕਰਦੇ ਗਏ ਜਾਂ ਪੇਂਟਿੰਗ ਕਰਦੇ ਗਏ, ਉਹਨਾਂ ਨੇ ਇਹੀ ਕੰਮ ਜਾ ਕੇ ਉੱਥੇ ਜਾ ਕੇ ਸ਼ੁਰੂ ਕਰ ਖੋਲ ਲਿਆ। ਇਸ ਵੇਲੇ ਵਿਦੇਸ਼ਾਂ ਦੇ ਵਿੱਚ ਹਰ ਦੇਸ਼ ਦੇ ਜਿਹੜੇ ਜਿੱਥੇ ਪੰਜਾਬੀ ਰਹਿੰਦੇ ਆ ਉੱਥੇ ਸਾਡੀਆਂ ਅਕੈਡਮੀਆਂ ਬਣ ਗਈਆਂ, ਭੰਗੜੇ ਦੀਆਂ ਅਕੈਡਮੀਆਂ ਬਣ ਗਈਆਂ, ਗਿੱਧੇ ਦੀਆਂ ਬਣ ਗਈਆਂ, ਫੋਕ ਡਾਂਸ ਦੀਆਂ ਬਣ ਗਈਆਂ ਨਾ, ਤੇ ਇਸ ਕਰਕੇ ਇਹਨਾਂ ਨੇ ਉੱਥੇ ਜਾ ਕੇ ਵੀ ਕੰਮ ਸਥਾਪਿਤ ਕੀਤਾ। ਮਤਲਬ ਇਹ ਜਿਹੜੀ ਯੂਥ ਐਕਟੀਵਿਟੀ ਆ ਉਹਨਾਂ ਦੀ ਜਾਂ ਯੂਥ ਫੈਸਟੀਵਲ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਆ, ਉਹਨਾਂ ਦੇ ਕੰਮ ਆਈ ਭਾਵੇਂ ਇੱਥੇ ਆ ਗਈ ਭਾਵੇਂ ਉੱਥੇ ਜੀ। ਉਹੀ ਕਿ ਜਿਹੜਾ ਵੀ ਗੁਰ ਆ ਨਾ, ਜਦੋਂ ਵੀ ਉਹਦਾ ਸਮਾਂ ਨਹੀਂ, ਜਦੋਂ ਵੀ ਤੁਸੀਂ ਕਿਸੇ ਗੁਰ ਨੂੰ ਹਾਸਲ ਕਰਦੇ ਹੋ ਉਹ ਵਿਅਰਥ ਨਹੀਂ ਹੁੰਦਾ, ਕਿਤੇ ਨਾ ਕਿਤੇ ਤੁਹਾਡੇ ਉਹ ਕੰਮ ਆਉਂਦਾ ਹੀ ਆਉਂਦਾ। ਤੇ ਇਹੀ ਹੁਣ ਉਹ ਛੋਟੀਆਂ ਜਿਹੜੀਆਂ ਕੰਪੀਟੀਸ਼ਨ ਦੇ ਵਿੱਚ, ਜਿਵੇਂ ਤੁਸੀਂ ਆਖਿਆ ਕਿ ਫੁਲਕਾਰੀ ਕੰਪੀਟੀਸ਼ਨ ਦੇ ਵਿੱਚ ਫੁਲਕਾਰੀ ਦਾ ਤੋਪਾ ਭਰਨਾ ਸਿੱਖ ਲਿਆ, ਬਹੁਤ ਚੰਗੀ ਤਰ੍ਹਾਂ ਸਿੱਖ ਲਿਆ, ਕੰਪੀਟੀਸ਼ਨ 'ਚ ਹਿੱਸਾ ਵੀ ਲੈ ਲਿਆ, ਅਸੀਂ ਪ੍ਰਾਈਜ਼ ਵੀ ਲੈ ਲਿਆ, ਸਰਟੀਫਿਕੇਟ ਵੀ ਮਿਲ ਗਿਆ, ਮੁੜ ਕੇ ਉਹ ਕੁੜੀ ਵਿਆਹੀ ਗਈ ਤੇ ਉਹ ਫੁਲਕਾਰੀ ਵਿਆਹ 'ਚ ਨਾਲ ਚਲ ਗਈ, ਉਦੋਂ ਬਾਅਦ ਲੋਪ ਹੋ ਗਈ। ਮੈਂ ਇਹਨੂੰ ਤੁਸੀਂ ਹੋਰ ਸਮਝੋ ਨਾ, ਫੁਲਕਾਰੀ ਤਾਂ ਲੋਪ ਹੋ ਗਈ, ਲੇਕਿਨ ਉਸ ਕੁੜੀ ਨੂੰ ਤੋਪਾ ਭਰਨਾ ਆ ਗਿਆ ਨਾ, ਮਤਲਬ ਜੋੜ ਲਾਉਣਾ ਆ ਗਿਆ। ਮੰਨ ਲਓ ਉਹਦੀ ਕਿਤੇ ਸਹੁਰੇ ਜਾ ਕੇ ਕਿਤੇ ਤਕਰਾਰ ਹੁੰਦੀ ਆ, ਜਿਹੜੀ ਕੁੜੀ ਨੇ ਜ਼ਿੰਦਗੀ ਦੇ ਵਿੱਚ ਕੱਪੜੇ ਨੂੰ ਸਿਉਂ ਲਿਆ ਉਹ ਫਿਰ ਰਿਸ਼ਤੇ ਵੀ ਸਿਉਂ ਲੈਂਦੀ ਹੈ, ਉਹਨੂੰ ਫਿਰ ਰਿਸ਼ਤੇ ਸਿਉਣ ਦਾ ਪਤਾ ਹੁੰਦਾ। ਸਾਡੇ ਬੱਚੇ ਟੁੱਟਦੇ ਹੀ ਤਾਂ, ਮਤਲਬ ਅੱਗੇ ਅਸੀਂ ਮੰਨ ਲਓ ਕਿ ਚੱਪਲਾਂ ਪਾਉਂਦੇ ਸੀ, ਚੱਪਲ ਟੁੱਟ ਗਈ ਗੰਢ ਲੈਂਦੇ ਸੀ ਨਾ, ਇੱਕ ਵਾਰੀ ਟੁੱਟ ਗਈ, ਦੋ ਵਾਰੀ ਟੁੱਟ ਗਈ, ਗੰਢ ਲੈਂਦੇ ਸੀਗੇ। ਹੁਣ ਮਤਲਬ ਉਹ ਮਨਾਂ ਦੇ ਵਿੱਚ ਵਸੀ ਸੀ ਗੱਲ, ਜੇ ਕੋਈ ਰਿਸ਼ਤੇਦਾਰ ਗੁੱਸੇ ਹੋ ਗਿਆ ਤਾਂ ਉਹਨਾਂ ਦੇ ਮਨ 'ਚ ਵਸੀ ਸੀ ਵੀ ਇਹ ਗੰਢਿਆ ਜਾ ਸਕਦਾ, ਕਿਹੜੀ ਗੱਲ ਹੈ ਨਾ, ਕਿਉਂਕਿ ਚੱਪਲ ਕੱਢ ਦਿੰਦੇ ਸੀ ਤੇ ਫਿਰ ਰਿਸ਼ਤੇ ਵੀ ਗੰਢ ਲੈਂਦਾ ਬੰਦਾ। ਅੱਗੇ ਅਸੀਂ ਜਿਹੜੇ ਗਲਾਸਾਂ ਦੇ ਵਿੱਚ ਚਾਹ ਪੀਂਦੇ ਸੀ, ਪਿੱਤਲ ਦੇ ਗਲਾਸ ਹੁੰਦੇ ਸੀ, ਉਹਨਾਂ ਨੂੰ ਮਾਂਜਦੇ ਸੀ ਬਾਅਦ 'ਚ, ਉਹ ਮਾਂਜਣ ਦਾ ਮਤਲਬ ਸਾਡੇ ਮਨਾਂ ਦੇ ਵਿੱਚ ਗੱਲ ਵਸੀ, ਅਸੀਂ ਰਿਸ਼ਤੇ ਵੀ ਮਾਂਜਦੇ ਸੀ, ਰਿਸ਼ਤਿਆਂ ਨੂੰ ਵੀ ਲਿਸ਼ਕਾਉਂਦੇ ਸੀ ਕਿ ਨਹੀਂ ਲਿਸ਼ਕਾਉਂਦੇ ਸੀ। ਹੁਣ ਚਾਹ ਦਾ ਕੱਪ ਸਾਡੇ ਸਟੂਡੈਂਟ ਪੀਂਦੇ ਆ ਕੰਟੀਨ ਤੇ
ਤੇ ਉਹ ਕੱਪ ਡਿਸਪੋਜ਼ੇਬਲ ਹੁੰਦਾ ਤੇ ਉਹ ਸਿੱਟ ਦਿੰਦੇ ਆ ਜੀ। ਉਹਨਾਂ ਦੇ ਮਨ ਦੇ ਵਿੱਚ ਗੱਲ ਵਸ ਗਈ। ਜ਼ਿੰਦਗੀ ਦੇ ਵਿੱਚ ਵੀ ਉਹ ਕਿਸੇ ਤੋਂ ਕੰਮ ਲੈਂਦੇ ਆ ਜੀ, ਵੇਲਾ ਖਤਮ, ਉਸ ਤੋਂ ਬਾਅਦ ਉਹਨੂੰ ਸਿੱਟ ਯੂਜ਼ ਐਂਡ ਥਰੋ ਵਾਲਾ ਕੰਮ ਹੋ ਗਿਆ। ਮਤਲਬ ਉਹ ਜਿਹੜਾ ਵਾਲਾ ਕੰਮ ਆ ਗਿਆ ਨਾ, ਮਤਲਬ ਫਿਰ ਸਾਡੀ ਜ਼ਿੰਦਗੀ ਦਾ ਪਾਰਟ ਬਣਦਾ ਜਾਂਦਾ। ਇਸ ਕਰਕੇ ਸਾਡੇ ਬਜ਼ੁਰਗਾਂ ਨੇ ਜਿਹੜਾ ਕੁਝ ਸਾਨੂੰ ਦਿੱਤਾ ਸੀ ਨਾ, ਕਮਾਲ ਦਾ ਦਿੱਤਾ ਸੀਗਾ, ਜਿੱਥੋਂ ਅਸੀਂ ਟੁੱਟ ਗਏ ਆ, ਲੇਕਿਨ ਅਸੀਂ ਉਸ ਪਾਸੇ ਜੁੜ ਕੇ ਹੀ ਸਾਡਾ ਗੁਜ਼ਾਰਾ। ਜੁੜਨਾ ਵੀ ਹੈ ਤੇ ਜੋੜਾਂਗੇ ਵੀ ਇਹਨਾਂ ਵਿਦਿਆਰਥੀਆਂ ਨੂੰ, ਇਹਨਾਂ ਸਾਰੀ ਗਤੀਵਿਧੀਆਂ ਦੇ ਬਾਰੇ ਹੋਰ ਵੀ ਤੁਹਾਡੇ ਕੋਲੋਂ ਜਾਣਾਂਗੇ। ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਇਸ ਵੇਲੇ ਦੂਰਦਰਸ਼ਨ ਦੇ ਖਜ਼ਾਨੇ ਦੇ ਵਿੱਚੋਂ ਇੱਕ ਗੀਤ ਦੇ ਨਾਲ ਜੋੜਦੇ ਆ। ਜੀ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਰੱਖਦੇ ਬੱਕਰੀ ਪਛਾਣ ਰੱਖਦੇ ਰੱਖਦੇ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਰੱਖਦੇ ਬੱਕਰੀ ਪਛਾਣ ਰੱਖਦੇ ਬਾਂਹ ਕੱਢ ਕੇ ਬੋਲੀਆਂ ਪਾਉਂਦੇ ਕਿ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਧਰਤੀ ਦੀ ਹਿੱਕ ਉੱਤੇ ਪਾਉਂਦੇ ਕਿ ਮੱਥੇ ਦੇ ਨਾਲ ਲੇਖ ਜੋੜਦੇ ਜੋੜਦੇ ਮੱਥੇ ਦੇ ਨਾਲ ਲੇਖ ਜੋੜਦੇ ਜੋੜਦੇ ਮੱਥੇ ਦੇ ਨਾਲ ਲੇਖ ਜੋੜਦੇ ਵਿੱਚ ਸ਼ਰਤਾਂ ਬੁੱਤ ਨਾਲ ਲਾਉਂਦੇ ਕਿ ਅੱਧੀ ਰਾਤੀ ਨੱਕੇ ਮੋੜਦੇ ਮੋੜਦੇ ਅੱਧੀ ਰਾਤੀ ਨੱਕੇ ਮੋੜਦੇ ਮੋੜਦੇ ਅੱਧੀ ਰਾਤੀ ਨੱਕੇ ਮੋੜਦੇ ਦੇਖ ਖੇਤਾਂ ਵਿੱਚ ਦਿਲ ਭਰਕਾਉਂਦੇ ਕਿ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਭਾਵੇਂ ਲੰਡਨ ਅਮਰੀਕਾ ਜਾ ਕੇ ਵਸ ਗਏ ਕਿ ਅੰਬਰਾਂ ਤੇ ਲਾਉਂਦੇ ਡਾਰੀਆਂ ਡਾਰੀਆਂ ਅੰਬਰਾਂ ਤੇ ਲਾਉਂਦੇ ਡਾਰੀਆਂ ਡਾਰੀਆਂ ਅੰਬਰਾਂ ਤੇ ਲਾਉਂਦੇ ਡਾਰੀਆਂ ਸਮ ਦਿਲ 'ਚ ਪੰਜਾਬ ਉਹਨੇ ਰੱਖਿਆ ਕਿ ਅੱਜ ਵੀ ਨਿਭਾਉਂਦੇ ਜਾਰੀਆਂ ਯਾਰੀਆਂ ਅੱਜ ਵੀ ਨਿਭਾਉਂਦੇ ਯਾਰੀਆਂ ਯਾਰੀਆਂ ਅੱਜ ਵੀ ਨਿਭਾਉਂਦੇ ਯਾਰੀਆਂ ਤਾਈਓ ਰਾਂਝੇ ਵਾਲੀ ਬੰਜਲੀ ਵਜਾਉਂਦੇ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਜੱਟ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਬੱਕਰੀ ਪਛਾਣ ਰੱਖਦੇ ਹਿੱਕ ਦੇ ਜ਼ੋਰ ਨਾਲ ਗਾਉਂਦੇ ਕਿ ਵੱਖਰੀ ਪਛਾਣ ਰੱਖਦੇ। ਇਹੀ ਹੈ ਯੁਵਕ ਮੇਲਿਆਂ ਦਾ, ਇਹਨਾਂ ਉਸਾਰੂ ਗਤੀਵਿਧੀਆਂ ਦਾ ਇੱਕ ਨਤੀਜਾ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਗੱਲਾਂ ਤੇ ਗੀਤ, ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਯੁਵਕਾਂ ਦੇ ਯੁਵਕ ਮੇਲਿਆਂ ਦੇ ਵਿੱਚੋਂ ਜਿਹੜੀਆਂ ਉਸਾਰੂ ਗਤੀਵਿਧੀਆਂ ਨੇ ਉਹ ਅਸਲ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਕਿਹੜੇ-ਕਿਹੜੇ ਉਸਾਰੂ ਪਾਸੇ ਲੈ ਕੇ ਜਾਂਦੀਆਂ ਨੇ। ਮਾਹਿਰ ਮਹਿਮਾਨ ਇਸ ਵੇਲੇ ਪਰਤ ਦਰ ਪਰਤ ਸਾਡੇ ਨਾਲ ਬੜੀਆਂ ਸਵਾਦਲੀਆਂ ਗੱਲਾਂ ਕਰਕੇ ਤੇ ਹਰ ਨੌਜਵਾਨ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬੀ ਉੱਘੇ ਰੰਗਕਰਮੀ ਨਿਰਮਲ ਜੌੜਾ ਜੀ। ਅਸੀਂ ਰੰਗਕਰਮੀ ਆਖਦੇ ਹਾਂ ਤੁਹਾਨੂੰ, ਤੁਹਾਡੀ ਪਛਾਣ ਵੀ ਹੈ ਵੀ ਉਹ ਸਟੇਜ, ਉਹ ਡਰਾਮਾ ਤੇ ਉਹਨਾਂ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਕਿਰਦਾਰ ਨਿਭਾਉਣ ਵਾਲੇ ਵਿਦਿਆਰਥੀ, ਤੇ ਇਹ ਫਿਰ ਕਿਵੇਂ ਸਾਡੀ ਸ਼ਖਸੀਅਤ ਨੂੰ ਉਭਾਰਦੇ ਨੇ ਜੇ ਅਸੀਂ ਇਹਨੂੰ ਵੀ ਇੱਕ ਉਸਾਰੂ ਗਤੀਵਿਧੀ ਦੇ ਤੌਰ ਤੇ ਵੇਖਦੇ ਹਾਂ। ਨਹੀਂ ਦੇਖੋ, ਜਿਹੜਾ ਥੀਏਟਰ ਹੈ ਨਾ ਜੀ, ਜਿਹੜਾ ਰੰਗਮੰਚ ਹੈ ਜੀ, ਇਹ ਤਾਂ ਮਤਲਬ ਇਸ ਤਰ੍ਹਾਂ ਦੀ ਗਤੀਵਿਧੀ ਹੈ ਕਿ ਇਹ ਸਾਰੀ ਜ਼ਿੰਦਗੀ ਬੰਦੇ ਦੇ ਕੰਮ ਆਉਂਦਾ। ਔਰ ਜਿਹੜੇ ਬੰਦੇ ਥੀਏਟਰ ਨਹੀਂ ਵੀ ਕਰਦੇ, ਰੰਗਮੰਚ ਨਹੀਂ ਵੀ ਕਰਦੇ ਨਾ, ਉਹ ਵੀ ਰੰਗਮੰਚ ਕਰਦੇ ਆ। ਮਤਲਬ ਵੈਸੇ ਵੀ ਅਸੀਂ ਕਹਿੰਦੇ ਆ ਕਿ ਜਿਵੇਂ ਕਿਹਾ ਜਾਂਦਾ ਕਿ ਜਿਹੜਾ ਸਮੁੱਚਾ ਵਰਲਡ ਹੈ, ਸਮੁੱਚੀ ਦੁਨੀਆ ਇਹ ਇੱਕ ਮਤਲਬ ਸਟੇਜ ਆ ਨਾ, ਤੇ ਅਸੀਂ ਆਪਣਾ ਆਪਣਾ ਕਿਰਦਾਰ ਨਿਭਾ ਰਹੇ ਹਾਂ। ਲੇਕਿਨ ਜਦੋਂ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਬੱਚੇ ਥੀਏਟਰ ਕਰਦੇ ਆ, ਵੈਸੇ ਤਾਂ ਸਾਰੀ ਗਤੀਵਿਧੀਆਂ ਜਿੰਨੀਆਂ ਵੀ ਕਰਦੇ ਆ ਸਾਰੀਆਂ ਤੇ ਇਹ ਗੱਲ ਟੁੱਕਦੀ ਆ, ਪਰ ਥੀਏਟਰ ਦੇ ਵਿੱਚ ਜ਼ਿਆਦਾ ਟੁੱਕਦੀ ਆ ਕਿ ਉਹਨਾਂ ਨੂੰ ਉਹਨਾਂ ਦੇ ਬੋਲਣ ਦੇ ਵਿੱਚ ਬਹੁਤ ਨਿਖਾਰ ਆਉਂਦਾ। ਪਹਿਲੀ ਗੱਲ ਇਹ, ਉਹਨਾਂ ਦੇ ਐਕਸ਼ਨ ਦੇ ਵਿੱਚ ਬਹੁਤ ਨਿਖਾਰ ਆਉਂਦਾ। ਠੀਕ ਹੈ, ਜਿਹੜਾ ਬੱਚਾ 2 ਸਾਲ ਜਾਂ ਸਾਲ ਥੀਏਟਰ ਕਰ ਗਿਆ,
ਉਹ ਸਾਰੀ ਉਮਰ ਜਿੰਨੇ ਵੀ ਐਕਸ਼ਨ ਕਰੂਗਾ ਉਹ ਮਤਲਬ ਕਿ 100% ਸਹੀ ਕਰੂਗਾ। ਮੰਨ ਲਓ ਕਿ ਅਸੀਂ ਮਤਲਬ ਆਮ ਸਾਡੇ ਹੈਗਾ ਕਿ ਬਜ਼ੁਰਗਾਂ ਦੇ ਪੈਰਾਂ ਨੂੰ ਹੱਥ ਲਾਉਣਾ ਹੈਨਾ, ਕੁੜੀ ਜਾ ਕੇ ਸੱਸ ਦੇ ਪੈਰੀ ਹੱਥ ਲਾਉਂਦੀ ਹੈ, ਸਾਡਾ ਇੱਕ ਰਿਵਾਜ, ਸਾਡੀ ਪਰੰਪਰਾ ਸਾਡੀ ਇੱਕ ਨਾ। ਤੇ ਜਿਹੜੀ ਕੁੜੀ ਥੀਏਟਰ ਚੋਂ ਗਈ ਹੋਊ ਉਹਨੇ ਸਟੇਜ ਤੋਂ ਆਪਦੇ ਡਾਇਰੈਕਟਰ ਤੋਂ ਸਿੱਖਿਆ ਹੁੰਦਾ ਕਿ ਪੈਰੀ ਹੱਥ ਲਾਉਣਾ ਤੇ ਕਿਵੇਂ ਉਹਨੂੰ ਪੈਰਾਂ ਤੱਕ ਜਾਣਾ, ਫਿਰ ਮਤਲਬ ਉੱਥੇ ਠਹਿਰਨਾ, ਠਹਿਰਾਓ ਉਹਦੇ ਵਿੱਚ, ਤੇ ਫਿਰ ਉਹ ਪੈਰੀ ਹੱਥ ਲਾ ਕੇ ਉੱਪਰ ਨੂੰ ਆਉਣਾ ਨਾ। ਜਦੋਂ ਇਸ ਤਰ੍ਹਾਂ ਉਹ ਜਾ ਕੇ ਪੈਰੀ ਹੱਥ ਲਾਊਗੀ ਤਾਂ ਪੈਰੀ ਹੱਥ ਲਾਉਣ ਵਾਲੇ ਬੰਦੇ ਨੂੰ ਵੀ ਸਵਾਦ ਆਉਂਦਾ ਤੇ ਆਮ ਤੌਰ ਤੇ ਕੀ ਕਰਦੇ ਕਿ ਗੋਡਿਆਂ ਤੋਂ ਹੀ ਮੋੜ ਲੈਂਦੇ ਆ, ਪੈਰੀ ਹੱਥ ਲੱਗ ਗਿਆ ਜੀ ਚਲੋ ਹੁਣ ਕਿਵੇਂ ਕਰੋ, ਅੱਜ ਕੱਲ੍ਹ ਤਾਂ ਹਵਾ 'ਚ ਹੀ ਹੋ ਜਾਂਦਾ। ਹਾਂ, ਮਤਲਬ ਆਹੀ ਹਵਾ 'ਚ ਇਹ ਜਿਹੜੀ ਐਕਸ਼ਨ ਹੈ ਨਾ ਜ਼ਿੰਦਗੀ ਦੇ ਵਿੱਚ, ਜਿਵੇਂ ਸਰਦਾਰ ਗੁਰਸ਼ਰਨ ਸਿੰਘ ਨਾਟਕਕਾਰ ਸਾਡੇ ਉਹ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਜਦੋਂ ਸਟੇਜ ਤੇ ਜਾਣਾ ਤਾਂ ਤੁਸੀਂ ਐਂ ਜਾਓ ਜਿਵੇਂ ਸਹਿਜ ਜ਼ਿੰਦਗੀ ਦੇ ਵਿੱਚ ਤੁਰ ਰਹੇ ਆ, ਕੋਈ ਐਕਟਿੰਗ ਨਾ ਕਰੋ, ਠੀਕ ਹੈ। ਲੇਕਿਨ ਜਦੋਂ ਜ਼ਿੰਦਗੀ 'ਚ ਵਿਚਰਨਾ, ਪਰਿਵਾਰ 'ਚ ਵਿਚਰਨਾ ਤਾਂ ਐਂ ਕਰੋ ਜਿਵੇਂ ਡਰਾਮਾ ਕਰਦੇ ਹੁੰਦੇ, ਮਤਲਬ ਕਿਉਂਕਿ ਤੁਹਾਡੇ 'ਚ ਐਕਸ਼ਨ ਭਰਪੂਰ ਹੋਣਾ ਚਾਹੀਦਾ ਤਾਂ ਕਿ ਤੁਹਾਡੀ ਹਰ ਗੱਲ ਦਾ ਅਸਰ ਪਵੇ। ਸੋ ਜਿਹੜੇ ਥੀਏਟਰ ਵਾਲੇ ਬੰਦੇ ਆ ਨਾ ਉਹ ਆਪਣੀ ਗੱਲ ਨੂੰ ਸਮਝਾਉਣ ਦੇ ਵਿੱਚ ਬਹੁਤ ਕਾਮਯਾਬ ਹੋ ਜਾਂਦੇ। ਕਈ ਵਾਰੀ ਸਾਨੂੰ ਬੰਦੇ ਅੱਗੋਂ ਇਹੋ ਜਿਹੇ ਮਿਲ ਜਾਂਦੇ ਆ, ਸਾਨੂੰ ਇਹੋ ਜਿਹੀ ਥਾਂ ਤੇ ਜਾਣਾ ਪੈਂਦਾ ਜਿੱਥੇ ਨਾ ਸਾਨੂੰ ਉਹਨਾਂ ਦੀ ਭਾਸ਼ਾ ਸਮਝ ਆਉਂਦੀ ਆ ਤੇ ਨਾ ਸਾਡੀ ਭਾਸ਼ਾ ਉਹਨਾਂ ਨੂੰ ਸਮਝ ਆਉਂਦੀ ਆ। ਉੱਥੇ ਫਿਰ ਥੀਏਟਰ ਕੰਮ ਆਉਂਦਾ, ਉੱਥੇ ਬੰਦੇ ਦੇ ਵਿੱਚ ਉਹ ਜਿਹੜੀ ਕਲਾ ਨਾ ਉਹ ਫਿਰ ਉੱਭਰਦੀ ਆ ਵੀ ਕਿਵੇਂ ਆਪਣੇ ਐਕਸ਼ਨਾਂ ਦੇ ਨਾਲ ਉਹ ਆਪਣੀ ਗੱਲ ਨੂੰ ਸਮਝਾਉਂਦਾ ਜਾਂ ਦੂਜੇ ਦੀ ਗੱਲ ਨੂੰ ਸਮਝਦਾ। ਇਸ ਕਰਕੇ ਥੀਏਟਰ ਆ ਜਿਹੜਾ ਇਹ ਬਹੁਤ ਇੰਪੋਰਟੈਂਟ ਐਕਟੀਵਿਟੀ ਆ ਇਹਨਾਂ ਗਤੀਵਿਧੀਆਂ ਦੇ ਵਿੱਚ ਵੀ, ਅਦਰਵਾਈਜ਼ ਲਾਈਫ ਦੇ ਵਿੱਚ। ਸਮਾਜਿਕ ਤਾਣੇ ਬਾਣੇ ਵਾਸਤੇ ਨਾ ਇਹ ਗਤੀਵਿਧੀਆਂ ਦੀ ਸਾਨੂੰ ਸਮੇਂ-ਸਮੇਂ ਤੇ ਲੋੜ ਪੈਂਦੀ ਹੈ ਤੇ ਵਿਦਿਆਰਥੀ ਜਿਹੜੇ ਨੇ, ਜਿੱਦਾਂ ਅਸੀਂ ਇਹ ਤਾਂ ਜਿਹੜੀਆਂ ਗਤੀਵਿਧੀਆਂ ਸਕੂਲਾਂ ਤੋਂ ਸ਼ੁਰੂ ਹੋ ਜਾਂਦੀਆਂ ਤੇ ਬਚਪਨ ਤੋਂ ਤੁਸੀਂ ਕਹਿ ਲਓ ਵੀ ਇਹ ਬਚਪਨ ਤੋਂ ਸ਼ੁਰੂ ਹੋ ਗਈਆਂ, ਜਦੋਂ ਉਹ ਘਰ ਦੇ ਵਿੱਚ ਆਪਣੇ ਜੀਆਂ 'ਚ ਤੁਰਿਆ ਫਿਰਦਾ ਉਦੋਂ ਤੋਂ ਹੀ ਸ਼ੁਰੂ ਹੋ ਜਾਂਦੀਆਂ। ਬਿਲਕੁਲ, ਉਹ ਜਿਹੜਾ ਠੇਬਾ ਤੁਰਦਾ ਉਸ ਤੋਂ ਬਾਅਦ ਪਲਾਂਘ ਪੁੱਟ ਲੈਂਦਾ ਤੇ ਇਹੀ ਜਿਹੜੀਆਂ ਗਤੀਵਿਧੀਆਂ ਇਹਨਾਂ ਦਾ ਜਿੱਦਾਂ ਸਕੋਪ ਹੌਲੀ-ਹੌਲੀ ਗਾਂਹ ਵੱਧਦਾ ਜਾਂਦਾ। ਜਿਹੜੀ ਤੁਹਾਡੀ ਇਹ ਗੱਲ ਬੜੀ ਇੰਪੋਰਟੈਂਟ ਹੈ ਜੀ, ਇੱਥੇ ਹੀ ਕਈ ਵਾਰੀ ਮਾਂ-ਬਾਪ ਸਾਡੇ ਮਾਰ ਖਾ ਜਾਂਦੇ। ਜੇ ਤਾਂ ਕਿਸੇ ਮਾਂ-ਬਾਪ ਨੇ ਬੱਚੇ ਨੂੰ ਪਹਿਚਾਣ ਲਿਆ ਕਿ ਯਾਰ ਇਹ ਤੁਰਿਆ ਫਿਰਦਾ, ਇਹ ਤਾਂ ਐਕਟਿੰਗ ਕਰਦਾ, ਇਹ ਤਾਂ ਐਕਟਰ ਬਣਨਾ ਚਾਹੁੰਦਾ ਜੀ, ਜਾਂ ਇਹ ਤਾਂ ਗਾਉਂਦਾ ਫਿਰਦਾ, ਇਹ ਤਾਂ ਸਿੰਗਰ ਬਣਨਾ ਚਾਹੁੰਦਾ, ਜਾਂ ਇਹ ਡਾਂਸ ਕਰਦਾ, ਇਹ ਤਾਂ ਡਾਂਸਰ ਬਣੂਗਾ, ਠੀਕ ਹੈ। ਜਾਂ ਕਈ ਵਾਰੀ ਬੱਚੇ ਦੇ ਤੁਸੀਂ ਨਿੱਕੇ ਨਿੱਕੇ ਬੱਚੇ ਧਰਤੀ ਤੇ ਆਪਣੀ ਉਂਗਲਾਂ ਨਾਲ ਕੁਛ ਕਰੀ ਜਾਂਦੇ ਆ ਤੇ ਲੱਗਦਾ ਕਿ ਬਹੁਤ ਅੱਛੇ ਆਰਟਿਸਟ ਬਣ ਸਕਦੇ ਆ। ਜਿਹੜੇ ਮਾਪੇ ਫਿਰ ਉੱਥੇ ਬੱਚੇ ਨੂੰ ਉਸ ਦੀ ਪਕੜ ਕਰਕੇ ਨਾ ਉਹਦੀ ਉਸ ਕਲਾ ਨੂੰ, ਉਹਦੇ ਉਸ ਸ਼ੌਕ ਨੂੰ ਤਾਂ ਉਹਨੂੰ ਉਸ ਪਾਸੇ ਤੋਰ ਦਿੰਦੇ ਆ। ਪਰ ਲੇਕਿਨ ਮਾਪੇ ਜ਼ਿਆਦਾ ਇਗਨੋਰ ਕਰ ਦਿੰਦੇ। ਮੈਂ ਇੱਥੋਂ ਇਸ ਪਲੇਟਫਾਰਮ ਤੋਂ ਇਹ ਮਾਪੇ ਲਈ ਵੀ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਬੱਚਿਆਂ ਨੂੰ ਇਸ ਤਰ੍ਹਾਂ ਮਜਬੂਰ ਨਾ ਕਰੋ ਕਿ ਉਹ ਤੁਹਾਡੀ ਇੱਛਾ ਦੇ ਮੁਤਾਬਕ ਕੁਝ ਬਣ। ਜੀ, ਦੁਨੀਆ ਦਾ ਮਸ਼ਹੂਰ ਜਿਹੜਾ ਕਾਰਟੂਨਿਸਟ ਸੀ ਉਹ ਬੈਕ ਬੈਂਚਰਸ ਵਿੱਚੋਂ ਨਿਕਲਦੇ ਹੀ ਇਸ ਤਰ੍ਹਾਂ ਜਿਹਨੂੰ ਉਸ ਵੇਲੇ ਕਲਾਸ 'ਚ ਕੀ ਚੱਲਦਾ ਪਿਆ, ਕਿਹੜਾ ਮਜ਼ਮੂਨ ਪੜ੍ਹਿਆ ਜਾ ਰਿਹਾ ਵੀ ਉਸ ਪਾਸੇ ਧਿਆਨ ਨਹੀਂ ਸੀ, ਉਹ ਆਪਣੀ ਮਸਤੀ 'ਚ ਲੱਗਾ ਹੋਇਆ। ਹਜ਼ਾਰਾਂ ਵਿਦਿਆਰਥੀ ਇਸ ਤਰ੍ਹਾਂ ਦੇ, ਹਜ਼ਾਰਾਂ, ਕਿਉਂਕਿ ਮੇਰਾ ਸਿੱਧਾ ਵਾਹ ਉਹਨਾਂ ਨਾਲ ਗੱਲਬਾਤ ਕਰਦਾ, ਉਹ ਚਾਹੁੰਦੇ ਨਹੀਂ, ਉਹ ਚਾਹੁੰਦਾ ਨਹੀਂ ਕਿ ਮੈਂ ਫਿਜ਼ਿਕਸ ਪੜ੍ਹਾਂ, ਉਹਨੂੰ ਫਿਜ਼ਿਕਸ ਪੜ੍ਹਾਈ ਜਾ ਰਹੀ, ਉਹ ਚਾਹੁੰਦਾ ਮੈਂ ਇਕਨੋਮਿਕਸ ਪੜ੍ਹਾਂ, ਹੈਨਾ, ਸਬਜੈਕਟ ਦਾ ਵੀ। ਤੁਹਾਡੀ ਇੱਕ ਗੱਲ ਜਿਹੜੀ ਨਾ ਉਹ ਬੜੀ ਇਹ ਸੀ ਮਸ਼ਹੂਰ ਵੀ ਤੁਸੀਂ ਜਾਣਾ ਕਲਾਸ ਦੇ ਅੰਦਰ ਪੜ੍ਹਾਉਣ ਵਾਸਤੇ ਤੇ ਅੱਗੋਂ ਵਿਦਿਆਰਥੀਆਂ ਨੇ ਕਹਿ ਦੇਣਾ ਅੱਜ ਪੜ੍ਹਨਾ ਨਹੀਂ, ਕੁਝ ਹੋਰ ਕਰਾਓ। ਹਾਂ, ਤੇ ਲੇਕਿਨ ਉਹਨਾਂ ਨੂੰ ਬੰਦ ਕਿਵੇਂ ਰੱਖਦੇ, ਕਲਾ ਹੋਣੀ ਚਾਹੀਦੀ ਆ ਕਿ ਉਹ ਆਪਦਾ ਸਿਲੇਬਸ ਵੀ ਪੂਰਾ, ਦੇਖੋ ਸਿਲੇਬਸ ਪੂਰਾ ਕਰਨਾ ਇੱਕ ਅਧਿਆਪਕ ਦੀ ਇਮਾਨਦਾਰੀ ਆ, ਲੇਕਿਨ ਉਹ ਸਿਲੇਬਸ ਨੂੰ ਪੜਾਉਂਦਾ ਕਿਵੇਂ ਆ, ਠੀਕ ਹੈ। ਉਹ ਵਿਦਿਆਰਥੀਆਂ ਦੇ ਉਹਨਾਂ ਚਾਵਾਂ ਦੇ ਨਾਲ ਹੀ ਪੜਾਉਂਦਾ। ਹਰ ਅਧਿਆਪਕ ਦੇ ਵਿੱਚ ਇਸ ਤਰ੍ਹਾਂ ਦਾ ਜ਼ਰੂਰ ਗੁਣ ਹੋਣਾ ਚਾਹੀਦਾ ਕਿ ਉਹ ਆਪਣੀ ਜਿਹੜੀ ਸਿਲੇਬਸ ਦੀ ਗੱਲ ਹੈ ਨਾ ਉਹਨੂੰ ਵੀ ਰੌਚਕ ਤਰੀਕੇ ਨਾਲ ਕਰੇ, ਠੀਕ ਹੈ ਨਾ, ਉਹਨੂੰ ਵੀ ਥੀਏਟਰੀਕਲ ਤਰੀਕੇ ਦੇ ਨਾਲ ਕਰੇ ਤਾਂ ਕਿ ਵਿਦਿਆਰਥੀਆਂ ਨੂੰ ਲੱਗੇ ਕਿ ਯਾਰ ਅਸੀਂ ਕੁਝ ਸਮਝ ਰਹੇ ਹਾਂ ਜਾਂ ਸਾਨੂੰ ਕੋਈ ਸੁਣਨ ਵਾਲਾ ਹੈਗਾ। ਅਸੀਂ ਆਮ ਤੌਰ ਤੇ ਕੀ ਆ, ਸਾਡੀ ਪ੍ਰੋਬਲਮ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਸੁਣਦੇ ਨਹੀਂ, ਅਸੀਂ ਆਪਣੀ ਗੱਲ ਕਹਿਣਾ ਜ਼ਿਆਦਾ ਚਾਹੁੰਦੇ, ਠੀਕ ਹੈ। ਪਰ ਕਹਿਣ ਨਾਲੋਂ ਸੁਣਨਾ ਜ਼ਰੂਰੀ ਹੈ। ਜਿਹੜਾ ਅਧਿਆਪਕ ਸੁਣ ਕੇ ਗੱਲ ਕਰਦਾ ਕਲਾਸ ਦੇ ਵਿੱਚ ਵੀ ਤਾਂ ਮੈਨੂੰ ਲੱਗਦਾ ਕਿ ਉਹ ਕਾਮਯਾਬ ਹੋ ਜਾਂਦਾ। ਜੇ ਤੁਹਾਡੇ 55 ਮਿੰਟ ਆ ਤਾਂ ਤੁਸੀਂ ਜੇ 10 ਮਿੰਟ ਵੀ ਬੱਚਿਆਂ ਦੇ ਸ਼ੌਕ ਦੇ ਲਾ ਦਿਓ ਨਾ, ਬੱਚਿਆਂ ਦੇ ਚਾਅ ਵਾਲੇ ਲਾ ਦਿਓ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚੋਂ ਨਿਖਾਰ ਜਾਂ ਇੱਕ ਅੱਧਾ ਆਰਟਿਸਟ ਨਿਕਲ ਆਊਗਾ ਤੇ ਉਹਦੇ ਪਿੱਛੇ ਵੀ ਉਹ ਉਸਾਰੂ ਗਤੀਵਿਧੀਆਂ ਦੀ ਹੀ ਕਹਾਣੀ ਹੈ। ਉਹ ਸਾਰੀ ਕਹਾਣੀ ਜਿਹੜਾ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ 40-45 ਮਿੰਟ ਕੀਲ ਕੇ ਰੱਖਦਾ, ਬੰਨ ਕੇ ਰੱਖਦਾ ਨਾ, ਉਹ ਵੀ ਉਹਨਾਂ ਗਤੀਵਿਧੀਆਂ ਦਾ ਚੰਡਿਆ ਹੋਇਆ, ਉਹ ਤਾਂ ਹੀ ਉੱਥੇ ਉਹਦੀ ਕਲਾ ਕੰਮ ਆ ਰਹੀ ਹੈ। ਬਿਲਕੁਲ, ਇਹ ਤਾਂ ਗੱਲ ਹੈ ਕਿ ਉਹ ਪਹਿਲਾਂ ਤੋਂ ਉਹਦੀ ਆਪਦੀ ਬੈਕਗ੍ਰਾਉਂਡ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਤਾਂ ਹੀ ਉਹ ਜਾ ਕੇ ਅੱਗੇ ਕੁਝ ਡਿਲੀਵਰ ਆ ਜਿਹੜਾ ਉਹ ਕਰ ਸਕਦਾ ਨਾ। ਅੱਗੇ ਵੀ ਤਾਂ ਤੁਸੀਂ ਜਿਹੜਾ ਤੁਸੀਂ ਅੱਗੇ ਕੁਝ ਪਰੋਸਣਾ ਉਹ ਤਾਂ ਹੀ ਕਰ ਸਕਦੇ ਜੇ ਮਤਲਬ ਟੂਟੀ ਦੇ ਵਿੱਚ ਪਾਣੀ ਤਾਂ ਹੀ ਆਊਗਾ ਜੇ ਟੈਂਕੀ 'ਚ ਪਾਣੀ ਹੋਊਗਾ। ਤੇ ਜੇ ਸਾਡੀ ਟੈਂਕੀ ਅਧਿਆਪਕਾਂ ਨੂੰ ਆਪਣੀ ਟੈਂਕੀ ਫੁੱਲ ਕਰਕੇ ਰੱਖਣੀ ਚਾਹੀਦੀ ਹੈ ਤਾਂ ਕਿ ਉਹ ਜਦੋਂ ਡਿਲੀਵਰ ਕਰਨਾ ਤਾਂ ਵਿਦਿਆਰਥੀਆਂ ਨੂੰ ਐਂ ਲੱਗੇ ਕਿ ਇਹ ਟੂਟੀ ਯਾਰ ਇਸ ਤਰ੍ਹਾਂ ਚੱਲ ਰਹੀ ਹੈ ਕਿ ਬਾਲਟੀਆਂ ਭਰ ਆ ਰਹੀਆਂ। ਉਹਨਾਂ ਜੇ ਕਿਸੇ ਅਧਿਆਪਕ ਦੀ ਆਪਦੀ ਟੂਟੀ ਜਿਹੜੀ ਉਹ ਟਿਪ
ਘਰੇ ਮਤਲਬ ਨਹੀਂ ਪਾਣੀ ਹੈ ਨਹੀਂ ਉਹਦੇ ਵਿੱਚ, ਟੈਂਕੀ 'ਚ ਪਾਣੀ ਹੈ ਨਹੀਂਗਾ, ਤੇ ਫਿਰ ਉਹਦਾ ਜਿਹੜੀ ਆ ਉਹ ਸਟੂਡੈਂਟ ਵੀ ਕਦਰ ਨਹੀਂ ਕਰਦੇ ਹੁੰਦੇ। ਜੀ ਜਿਹੜਾ ਆਪ ਸਖਣਾ ਉਹ ਕਿਸੇ ਦਾ ਘਰ ਕਿੱਥੋਂ ਭਰੂਗਾ। ਜੀ ਅੱਛਾ, ਹੁਣ ਇਹ ਤੋਂ ਬਾਅਦ ਨਾ ਵੀ ਇਹ ਗੱਲ ਆਉਂਦੀ ਆ ਮੋਰੇ ਵੀ ਅਸੀਂ ਕਹਿ ਦਿੱਤਾ ਵੀ ਉਸਾਰੂ ਗਤੀਵਿਧੀਆਂ ਜਿਹੜੀਆਂ ਨੇ ਸਾਡੀ ਸ਼ਖਸੀਅਤ ਨੂੰ ਨਿਖਾਰਦੀਆਂ ਨੇ, ਸਾਡੀ ਸ਼ਖਸੀਅਤ ਜਿਹੜੀ ਆ ਬੜੀ ਪਰਪੱਕ ਹੋ ਕੇ ਬਾਹਰ ਨਿਕਲਦੀ ਆ। ਤੇ ਇਹਦੇ ਵਿੱਚ ਵੀ ਹੁਣ ਅੱਗੋਂ ਦੋ ਭਾਗਾਂ 'ਚ ਅਸੀਂ ਵੰਡ ਲਿਆ। ਇੱਕ ਉਹ ਵਿਦਿਆਰਥੀ ਹੈ ਜਿਹੜਾ ਚੰਗੇ ਉਸਤਾਦਾਂ ਦਾ ਚੰਡਿਆ ਜੀ, ਉਹਨੇ ਉਹ ਵਾਲੀਆਂ ਸਾਰੀਆਂ ਗਤੀਵਿਧੀਆਂ 'ਚ ਹਿੱਸਾ ਲਿਆ, ਰਿਆਜ਼ ਵੀ ਬੜਾ ਉਹਦਾ। ਦੂਜੇ ਬੰਨੇ ਉਹ ਆ ਜਿਹੜਾ ਕਹਿੰਦਾ ਨਿੱਕੀ ਜਿਹੀ ਰੀਲ ਬਣਾ ਕੇ ਰਾਤੋਂ ਰਾਤ ਮੈਂ ਤਾਂ ਛਾ ਜਾਣਾ ਸੋਸ਼ਲ ਮੀਡੀਆ ਤੇ, ਵੀ ਮੈਂ ਤਾਂ ਇਦਾਂ ਹੋ ਜਾਣਾ, ਵੀ ਮੈਂ ਇਦਾਂ ਕਰ ਸਕਦਾ, ਮੈਂ ਉਦਾਂ ਕਰ ਸਕਦਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਕਿਸ ਬੰਨੇ ਨੂੰ ਲੈ ਕੇ ਜਾ ਰਹੀਆਂ? ਜੇ ਆਪਾਂ ਇਹਦਾ ਇੱਕ ਤੁਲਨਾ ਕਰੀਏ ਤੇ ਆਪਾਂ ਕਿੱਧਰ ਨੂੰ ਜਾ ਰਹੇ ਹਾਂ? ਨਹੀਂ ਦੇਖੋ, ਕਿਸੇ ਵੀ ਚੀਜ਼ ਦਾ ਜਿਹੜਾ ਸ਼ਾਰਟਕਟ ਆ ਉਹ ਮਾੜਾ ਜੀ। ਤੁਸੀਂ ਉਹ ਪੂਰਾ ਰਸਤਾ ਤੁਹਾਨੂੰ ਮੈਚੁਰ ਹੋ ਕੇ ਜਿਹੜਾ ਫਲ ਹੈ ਨਾ ਜੀ, ਉਹਨੂੰ ਜਿੰਨਾ ਚਿਰ ਤੁਸੀਂ ਮਤਲਬ ਕਿ ਪੱਕਣ ਦਾ ਟਾਈਮ ਨਹੀਂ ਮਿਲਦਾ ਹਨਾ, ਦਰਖਤ ਦੇ ਉੱਪਰ ਜਿਹੜੇ ਤੋਂ ਲੱਗਿਆ ਵਾ, ਟਾਹਣੀਆਂ ਦੇ ਉੱਪਰ ਲੱਗਿਆ ਦਾ, ਉਹਨੂੰ ਕੱਚੇ ਨੂੰ ਤੋੜਨ ਦਾ ਵੀ ਕੋਈ ਫਾਇਦਾ ਨਹੀਂ। ਤੇ ਇਸੇ ਤਰ੍ਹਾਂ ਹੀ ਕਿਸੇ ਹੋਰ ਛੋਟੇ ਰਾਹ ਰਾਹੀਂ ਕਿਸੇ ਮੰਜ਼ਿਲ ਦੇ ਉੱਪਰ ਪਹੁੰਚ, ਹੁਣ ਅੱਜ ਕੱਲ ਕਰਦੇ ਆ ਔਰ ਇਸ ਤਰ੍ਹਾਂ ਹੁੰਦਾ ਹੀ ਆ, ਪਰ ਉਹ ਗਵਾਚ ਜਾਂਦੇ ਆ, ਬਹੁਤ ਛੇਤੀ ਗਵਾਚ ਜਾਂਦੇ ਆ। ਤੁਸੀਂ ਅੱਜ ਦੇ ਕਲਾਕਾਰ ਤੁਸੀਂ ਅੱਜ ਵੀ ਯਾਦ ਕਰਦੇ ਆ ਨਾ ਉਹਨਾਂ ਕਲਾਕਾਰਾਂ ਨੂੰ ਜਿਹੜੇ ਮਿਹਨਤ ਦੇ ਸਿਰ ਤੇ, ਰਿਆਜ਼ ਦੇ ਸਿਰ ਦੇ ਉੱਪਰ ਆਪਣੀ ਮਤਲਬ ਪ੍ਰਤਿਭਾ ਨੂੰ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਰਾਜ ਕੀਤਾ, ਅੱਜ ਵੀ ਲੋਕਾਂ ਦੇ ਵਿੱਚ ਦਿਲਾਂ ਦੇ ਉੱਪਰ ਰਾਜ ਕਰ ਰਿਹਾ। ਉਹ ਬੇਸ਼ੱਕ ਆਪ ਹੈ ਨਹੀਂ ਕਰ ਰਹੇ ਹਨ, ਲੇਕਿਨ ਜੇ ਕੋਈ ਇਹੋ ਜਿਹਾ ਆਰਟਿਸਟ ਹੈ ਜਿਹੜਾ ਰਾਤੇ ਰਾਤ ਕਹੇ ਵੀ ਚਲੋ ਠੀਕ ਆ ਬਾਪੂ ਕੋਲੇ 4 ਕਿੱਲੇ ਵੱਧ ਹੈਗੇ ਆ, ਇੱਕ ਵੇਚ ਕੇ ਆਪਾਂ ਰੀਲ ਕੱਢ ਦਈਏ, ਤੇ ਫਿਰ ਉਹ ਠੀਕ ਹੈ ਇੱਕ ਵਾਰੀ ਖਰਚ ਕੇ ਪੈਸੇ ਇੱਕ ਦਿਨ ਦੀ ਭੜਕਾਊ ਦੀ ਗੱਲ ਕਰ ਲੈਂਦਾ ਹਨਾ, ਲੇਕਿਨ ਉਹ ਛੇਤੀ ਗਵਾਚ ਜਾਂਦਾ, ਦਿਲਾਂ ਤੇ ਨਹੀਂ ਉਤਰਦਾ। ਲੋਕਾਂ ਦੇ ਦਿਲਾਂ ਤੇ ਉਤਰ ਲਈ ਕਲਾ ਦੇ ਰਾਹੀਂ ਜਾਂ ਆਪਣੀ ਕਲਾ ਨੂੰ ਲੋਕਾਂ ਦੇ ਦਿਲਾਂ ਦੇ ਉੱਪਰ ਮਤਲਬ ਲਿਖਣ ਦੇ ਲਈ ਇਹਦੇ ਲਈ ਇੱਕ ਮਿਹਨਤ ਚਾਹੀਦੀ ਆ, ਸਮਾਂ ਚਾਹੀਦਾ, ਔਰ ਕਦੇ ਵੀ ਸਮੇਂ ਤੋਂ ਪਾਸੇ ਨਹੀਂ ਹੋਣਾ ਚਾਹੀਦਾ। ਦੇਖੋ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਨੌਜਵਾਨ ਆ ਇਹਨਾਂ ਦੇ ਮੱਥੇ ਤੇ ਚੰਨ ਚੜੇ, ਇਹਨਾਂ ਦੇ ਮੱਥੇ ਤੇ ਸੂਰਜ ਚੜੇ, ਇਹਨਾਂ ਦੇ ਮੱਥੇ ਤੇ ਤਾਰੇ ਢਲਕਣ। ਪਰ ਇੱਕ ਗੱਲ ਤਾਂ ਸਾਨੂੰ ਯਾਦ ਇਹ ਰੱਖ ਲੈਣੀ ਚਾਹੀਦੀ ਹੈ ਨਾ ਕਿ ਜਿਹੜੇ ਚੰਨ ਸੂਰਜ ਤਾਰੇ ਆ ਇਹ ਛੋਟੇ ਮੱਥੇ ਤੇ ਨਹੀਂ ਚੜਦੇ, ਇਹ ਅਸਮਾਨ ਜਿੱਡੇ ਮੱਥੇ ਤੇ ਚੜਦੇ, ਤੇ ਅਸਮਾਨ ਜਿੱਡਾ ਮੱਥਾ ਬਣਾਉਣ ਲਈ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਆ, ਹੋਰ ਕੋਈ ਰਸਤਾ ਨਹੀਂ ਉਹਦਾ। ਜੀ ਅਸੀਂ ਇਹ ਕਹਿੰਦੇ ਆ ਵੀ ਅਸੀਂ ਅਕਸਰ ਇਹ ਵੇਖਦੇ ਆ ਵੀ ਉਹ ਸਾਰੀਆਂ ਚੀਜ਼ਾਂ, ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਘੜਦੇ ਆ, ਜਿਹੜੀਆਂ ਅਸੀਂ ਕਰਦੇ ਆ, ਇਹ ਕਿਤੇ ਨਾ ਕਿਤੇ ਅਜਿਹਾ ਮੰਜ਼ਰ ਘੜਦੀਆਂ ਨੇ ਜਿਹਦੇ ਨਾਲ ਸਾਨੂੰ ਇਹ ਲੱਗਦਾ ਹੈ ਵੀ ਇਹ ਇੱਕ ਦਿਨ ਦੀ, ਇੱਕ ਰਾਤ ਦੀ, ਇੱਕ ਘੰਟੇ ਦੀ, ਇੱਕ ਦਿਹਾੜੀ ਦੀ ਇਹ ਗੱਲ ਨਹੀਂ ਆ। ਤੇ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਉਹਦੇ ਪਿੱਛੇ ਲੰਮਾ ਸਮਾਂ ਵੀ ਆ, ਉਹਦੇ ਪਿੱਛੇ ਕਾਰਗੁਜ਼ਾਰੀ ਵੀ ਆ, ਤੇ ਉਹਦੇ ਪਿੱਛੇ ਇਹਨਾਂ ਗਤੀਵਿਧੀਆਂ ਦਾ ਇੱਕ ਸਾਰਥਕ ਮਹੱਤਵ ਵੀ ਹੈ। ਹੁਣ ਇਹਦੇ ਨਾਲ ਅਸੀਂ ਰਲਾ ਲਿਆ ਸੋਸ਼ਲ ਮੀਡੀਆ ਨੂੰ ਜੀ। ਜੇ ਉਸਾਰੂ ਪੱਖ ਦੀ ਗੱਲ ਕਰੀਏ ਤੇ ਕਿਵੇਂ ਸਾਡੀਆਂ ਇਹਨਾਂ ਸੋਚਾਂ ਨੂੰ, ਇਹ ਜਿਹੜੇ ਸਾਡੇ ਮੁਸਤਕਬਲ ਨੇ, ਤਕਦੀਰਾਂ ਹੈ, ਇਹਨਾਂ ਨੂੰ ਬਦਲਦਾ ਵੀ ਹੈ। ਦੇਖੋ ਸੋਸ਼ਲ ਮੀਡੀਆ ਤਾਂ ਮੈਂ ਸਮਝਦਾ ਕਿ ਸਮਾਜ ਦੇ ਲਈ ਵਰਦਾਨ ਹੈ ਜੀ, ਔਰ ਖਾਸ ਤੌਰ ਤੇ ਨੌਜਵਾਨਾਂ, ਕਿਉਂਕਿ ਅਸੀਂ ਅੱਜ ਗੱਲ ਨੌਜਵਾਨਾਂ ਦੀ ਕਰ ਰਹੇ ਹਾਂ। ਨੌਜਵਾਨਾਂ ਲਈ ਸੋਸ਼ਲ ਮੀਡੀਆ ਵਰਦਾਨ ਹੈ। ਦੁਨੀਆ ਭਰ ਦੀ ਜਾਣਕਾਰੀ ਉਹ 1 ਮਿੰਟ ਦੇ ਵਿੱਚ ਇਕੱਠੀ ਕਰ ਲੈਂਦੇ ਔਰ ਆਪਦੇ ਮਨ ਦੀ ਗੱਲ ਕਹਿਣ ਦੇ ਲਈ, ਲੱਖਾਂ ਲੋਕਾਂ ਤੱਕ ਪਹੁੰਚਣ ਦੇ ਲਈ ਉਹ ਬਹੁਤ ਵੱਡਾ ਪਲੇਟਫਾਰਮ ਹੈ। ਗੱਲ ਸਿਰਫ ਇਹ ਹੈ ਕਿ ਉਹਨੂੰ ਵਰਤਦੇ ਕਿਸ ਤਰ੍ਹਾਂ, ਮਤਲਬ ਕਿਉਂਕਿ ਜਿੱਥੇ ਨਾ ਬਹੁਤ ਜ਼ਿਆਦਾ ਖਲਾਰਾ ਪੈ ਜੇ, ਜਿੱਥੇ ਬਹੁਤ ਸਾਰੇ ਮਤਲਬ ਵੱਖ-ਵੱਖ ਐਂਗਲਾਂ ਦੇ ਉੱਪਰ ਤੁਹਾਡੇ ਕੋਲੋਂ ਜਾਣਕਾਰੀ ਆਉਣ ਲੱਗ ਗਈ, ਤਾਂ ਫਿਰ ਉਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਵੀ ਹੁੰਦਾ ਜਿਹੜਾ ਤੁਹਾਡੇ ਕੰਮ ਦਾ ਨਹੀਂ ਹੁੰਦਾ, ਤੇ ਈਵਨ ਕਿ ਤੁਹਾਡੇ ਲਈ ਖਰਾਬ ਕਰਨ ਵਾਲਾ ਹੁੰਦਾ। ਤਾਂ ਇਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਸੁਚੇਤ ਹੋ ਕੇ ਚੱਲਣਾ ਪਊਗਾ, ਬਹੁਤ ਜ਼ਿਆਦਾ ਸੁਚੇਤ ਹੋ ਕੇ ਚੱਲਣਾ ਪਊਗਾ ਕਿ ਕਿਤੇ ਉਹਨਾਂ ਨੂੰ ਜਿਹੜਾ ਕੁਝ ਪਰੋਸਿਆ ਜਾ ਰਿਹਾ, ਕਿਤੇ ਉਹਨਾਂ ਦੀ ਜ਼ਿੰਦਗੀ ਬਰਬਾਦ ਤਾਂ ਨਹੀਂ ਕਰ ਰਿਹਾ, ਉਹਨਾਂ ਲਈ ਕੁਝ ਪਲਾਂ ਦਾ ਸਵਾਦ ਦੇ ਕੇ ਉਹਨਾਂ ਦਾ ਪੂਰਾ ਸਵਾਦ ਤਾਂ ਨਹੀਂ ਖਰਾਬ ਕਰ ਰਿਹਾ। ਇਸ ਕਰਕੇ ਸੋਸ਼ਲ ਮੀਡੀਆ ਨੂੰ ਵਰਤਣ ਲੱਗਿਆ ਬਹੁਤ ਸੁਚੇਤ ਰਹਿਣਾ ਪਊਗਾ, ਵਰਤਣਾ ਜ਼ਰੂਰ ਚਾਹੀਦਾ। ਮੈਂ ਕਹਿੰਦਾ ਤੁਹਾਡੇ ਹੱਥਾਂ ਦੇ ਵਿੱਚ ਜਿਹੜਾ ਮੋਬਾਈਲ ਫੜਿਆ, ਇਹ ਇੱਕ ਤਰ੍ਹਾਂ ਦੀ ਪੂਰੀ ਦੁਨੀਆ ਤੁਹਾਡੀ ਮੁੱਠੀ 'ਚ ਆ, ਠੀਕ ਹੈ ਨਾ। ਤੁਸੀਂ ਦੁਨੀਆ ਭਰ ਦਾ ਇਥੋਂ ਨੌਲੇਜ ਵੀ ਲੈ ਸਕਦੇ ਆ, ਦੁਨੀਆ ਭਰ 'ਚ ਆਪਣਾ ਐਕਸਪੋਜ਼ਰ ਵੀ ਦੇ ਸਕਦੇ ਆ, ਲੇਕਿਨ ਬਹੁਤ ਸੁਚੇਤ ਰਹਿ ਕੇ। ਔਰ ਇਹਦੇ ਲਈ ਸਾਡੇ ਮਾਂ-ਬਾਪ ਦੀ, ਸਾਡੇ ਅਧਿਆਪਕਾਂ ਦੀ ਜਿਹੜੀ ਭੂਮਿਕਾ ਹੈ ਉਹ ਬਹੁਤ ਇੰਪੋਰਟੈਂਟ ਹੈ, ਉਹਨਾਂ ਨੂੰ ਇਸ ਗੱਲ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਜੀ। ਅਸੀਂ ਕਹਿੰਦੇ ਆ ਵੀ ਇਹ ਸਾਰੀਆਂ ਚੀਜ਼ਾਂ ਨਾ ਸਾਡੀ ਸੋਚ ਨੂੰ ਬਦਲ ਦਿੰਦੀਆਂ ਨੇ, ਅਸੀਂ ਬਣਦੇ ਵੀ ਇਹਦੇ ਨਾਲ ਹੀ ਆ, ਢਹਿੰਦੇ ਵੀ ਇਹਦੇ ਨਾਲ ਹੀ ਆ। ਤੇ ਇਹ ਦੁਨੀਆ ਜਿਹੜੀ ਆ ਹੁਣ ਇੱਕ ਪਿੰਡ ਬਣ ਕੇ ਰਹਿ ਗਿਆ, ਇੱਥੇ ਬੈਠੇ ਆ ਤੇ 7 ਸਮੁੰਦਰ ਪਾਰ ਵਾਲਿਆਂ ਦੀ ਖਬਰਸਾਰ ਲੈ ਲੈਂਦੇ ਆ, ਤੇ ਉਹਦੇ ਨਾਲ ਇਹ ਹੈ ਕਿ ਇਹ ਜਿਹੜੀਆਂ ਜਿੱਥੇ ਇੱਥੇ ਪੰਜਾਬ ਦੇ ਵਿੱਚ ਜੇ ਕਿਸੇ ਕੋਲ ਗੁਣ ਹੈਗਾ ਉਹ ਕਿਤੇ ਇਹਨਾਂ ਗਤੀਵਿਧੀਆਂ ਦੇ ਵਿੱਚ ਰੰਗਿਆ ਹੋਇਆ, ਤੇ ਹੁਣ ਇਹ ਸੋਸ਼ਲ ਮੀਡੀਆ ਇਹ ਉਹਨੂੰ 7 ਸਮੁੰਦਰ ਪਾਰ ਜੇ ਕਿਸੇ ਨੂੰ ਨੀਝ ਹੈ ਉਹਦੇ ਉਸ ਟੈਲੈਂਟ ਦੀ ਬੁੱਕਤ ਪੈਂਦੀ ਆ, ਤੇ ਉਹ ਇੱਥੇ ਬੈਠਾ ਵੀ ਉਹ ਕੰਮ ਕਰੀ ਜਾਂਦਾ। ਇਹੀ ਤਾਂ ਸਭ ਤੋਂ ਵੱਡਾ ਇਹਦਾ ਜਿਹੜਾ ਇਹ ਵੀ ਹੋ ਗਿਆ ਕਿ ਤੁਸੀਂ ਮਤਲਬ ਅੱਗੇ ਸਾਡਾ ਕੰਪੀਟੀਸ਼ਨ ਹੁੰਦਾ ਸੀਗਾ ਵੀ ਅਸੀਂ ਪਿੰਡ ਦੇ ਵਿੱਚ ਹੈਗੇ ਆ ਤੇ ਪਿੰਡ ਵਾਲਿਆਂ ਨਾਲ ਕੰਪੀਟੀਸ਼ਨ ਹੋ ਗਿਆ, ਜਿਹੜੇ ਸ਼ਹਿਰ 'ਚ ਰਹਿੰਦੇ ਉਹਦਾ ਕੰਪੀਟੀਸ਼ਨ ਹੋ ਗਿਆ ਨਾ।
ਹੁਣ ਤਾਂ ਇਹ ਜਿਹੜੀਆਂ ਹੱਦਾਂ ਸਰਹੱਦਾਂ ਤਾਂ ਖਤਮ ਹੀ ਹੋ ਗਈਆਂ ਜੀ। ਠੀਕ ਹੈ ਨਾ। ਤੁਸੀਂ ਇੱਥੋਂ ਬੈਠੇ 1 ਮਿੰਟ ਦੇ ਵਿੱਚ ਆਪਣਾ ਜਿਹੜਾ ਬਿਜ਼ਨਸ ਹੈ, ਆਪਣਾ ਬਿਜ਼ਨਸ ਹੈ, ਉਹਨੂੰ ਲੰਡਨ ਦੇ ਵਿੱਚ, ਅਮਰੀਕਾ ਦੇ ਵਿੱਚ, ਨਿਊਯਾਰਕ ਦੇ ਵਿੱਚ, ਜਿੱਥੇ ਤੁਹਾਡਾ ਜੀ ਕਰਦਾ ਤੁਸੀਂ ਉਹ ਕਰੋ ਜੀ। ਇਹ ਸਹੂਲਤ ਹੈ ਜੀ ਬਹੁਤ ਵੱਡੀ ਜੀ। ਔਰ ਇਹੀ ਇਹਨਾਂ ਗੱਲਾਂ ਦੇ ਨਾਲ ਹੀ ਵੀ ਹੁਣ ਇੱਕ ਸੁਨੇਹੇ ਦੇ ਤੌਰ ਦੇ ਉੱਤੇ ਵੀ ਉਹ ਜਿਹੜੇ ਯੁਵਕ ਨੇ ਜਿਹੜੇ ਹੁਣ ਕਾਲਜਾਂ ਦੇ ਵਿੱਚ ਨੇ ਇਸ ਵੇਲੇ, ਜਾਂ ਜਿਨ੍ਹਾਂ ਨੇ ਅੱਗੋਂ ਇਹ ਸੋਚਣਾ ਵੀ ਮੈਂ ਅੱਗੋਂ ਕੀ ਕਰਨਾ, ਜਿਹਦੇ ਅੰਦਰ ਕਿਤੇ ਵੀ ਕੋਈ ਇਹੋ ਜਿਹੀ ਪ੍ਰਤਿਭਾ ਲੁਕੀ ਹੋਈ ਹੈ, ਕੋਈ ਲਿਖਦਾ ਬਹੁਤ ਸੋਹਣਾ, ਕੋਈ ਗਾਉਂਦਾ ਬਹੁਤ ਸੋਹਣਾ, ਤੇ ਕਿਸੇ ਦੀ ਕਵਿਤਾ ਜਿਹੜੀ ਹੈ ਉਹ ਜਿੱਦਾਂ ਦਾ ਮਾਹੌਲ ਹੁੰਦਾ ਉਹ ਆਪਣੇ ਸ਼ਬਦਾਂ ਨੂੰ ਉਹਦੇ ਵਿੱਚ ਪਰੋ ਦਿੰਦਾ ਜੀ। ਸੋ ਇਹ ਸਾਰੇ ਦੇ ਸਾਰੇ ਜਿਹੜੇ ਟੈਲੈਂਟ ਨੇ ਇਹ ਕਿਤੇ ਅਜਾਈ ਨਾ ਚਲੇ ਜਾਣ, ਉਹਨਾਂ ਨੂੰ ਇੱਕ ਚੰਗੀ ਸਿਹਤ ਵਾਸਤੇ ਤੁਸੀਂ ਕੀ ਕਹਿਣਾ? ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਇਹ ਵੀ ਦੇਖੋ, ਹਰ ਬੰਦੇ ਨੂੰ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਸੁਣ ਰਹੇ ਆ ਕਿ ਤੁਹਾਡੇ ਮਨ ਦੇ ਵਿੱਚ ਪੱਕਾ ਪਤਾ ਹੁੰਦਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੀ। ਪਰ ਇੱਕ ਗੱਲ ਦਾ ਖਿਆਲ ਰੱਖੋ, ਜੇ ਤੁਸੀਂ ਚੰਗਾ ਲਿਖਣਾ ਚਾਹੁੰਦੇ ਆ ਤਾਂ ਚੰਗਾ ਪੜ੍ਹਨਾ ਕਦੇ ਨਾ ਭੁੱਲਿਓ ਜੀ। ਜੇ ਤੁਸੀਂ ਚੰਗਾ ਬੋਲਣਾ ਚਾਹੁੰਦੇ ਆ ਤਾਂ ਚੰਗੇ ਲੋਕਾਂ ਨੂੰ ਸੁਣਨਾ ਕਦੇ ਨਾ ਭੁੱਲੋ, ਇਹ ਗੱਲ ਦਾ ਪੱਕਾ। ਜੇ ਤੁਸੀਂ ਚੰਗਾ ਦਿਸਣਾ ਚਾਹੁੰਦੇ ਆ ਤਾਂ ਤੁਸੀਂ ਜਿਹੜੇ ਚੰਗੇ ਲੋਕ ਆ ਨਾ ਉਹਨਾਂ ਨੂੰ ਪਹਿਲਾਂ ਦੇਖੋ। ਜੇ ਤੁਸੀਂ ਚੰਗੇ ਪੇਂਟਰ ਬਣਨਾ ਚਾਹੁੰਦੇ ਆ, ਚੰਗੀਆਂ ਪੇਂਟਿੰਗ ਦੇਖੋ। ਚੰਗੇ ਡਰਾਮਾ ਆਰਟਿਸਟ ਬਣਨਾ ਚਾਹੁੰਦੇ ਆ, ਚੰਗੇ ਮਤਲਬ ਤੁਸੀਂ ਉਸ ਖੇਤਰ ਦੇ ਉਹਨਾਂ ਲੋਕਾਂ ਨੂੰ ਜ਼ਰੂਰ ਵਾਚੋ ਜਿਹੜੇ ਤੁਹਾਡੇ ਨਾਲੋਂ ਉੱਪਰ ਹੈ, ਠੀਕ ਹੈ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਸਲੀਅਤ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਵਾਪਰ ਰਿਹਾ ਸਾਰਾ ਕੁਝ, ਤੇ ਅਸੀਂ ਅੱਗੇ ਕੀ ਕਰਨਾ। ਸੋ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਕਿਸੇ ਕੋਸਟ ਤੇ ਨਾ ਕਰੋ। ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਛੱਡ ਕੇ, ਸਾਰੂ ਗਤੀਵਿਧੀ ਦਾ ਇੱਕ ਮਤਲਬ ਇਹ ਆ ਕਿ ਆਪਣੀ ਪੜ੍ਹਾਈ ਨੂੰ ਛੱਡ ਕੇ ਤੁਸੀਂ ਸਾਰੂ ਗਤੀਵਿਧੀ ਕਰੋ, ਉਹਦਾ ਕੋਈ ਮੁੱਲ ਨਹੀਂ। ਮਤਲਬ ਜਿਹੜੀ ਪੜ੍ਹਾਈ ਆ ਤੁਹਾਡੀ ਉਹ ਤੁਹਾਡਾ ਆਧਾਰ ਹੈ, ਤੇ ਜਿਹੜੀ ਗਤੀਵਿਧੀ ਆ ਉਹਦੇ ਉੱਪਰ ਉਹ ਤੁਹਾਡੇ ਉਸ ਆਧਾਰ ਨੂੰ ਹੋਰ ਲਿਸ਼ਕਾ ਦਿੰਦੀ ਹੈ। ਜਿਵੇਂ ਤੁਹਾਡੇ ਸ਼ਰਟ ਪਾਈ ਆ ਤੇ ਇਹ ਤੁਹਾਡਾ ਆਧਾਰ ਆ, ਉਹਨੂੰ ਟਾਈ ਲਾ ਕੇ ਤੁਸੀਂ ਪਰਸਨੈਲਿਟੀ ਬਣਾ ਸਕਦੇ ਹੋ, ਪਰ ਸ਼ਰਟ ਤੋਂ ਬਿਨਾਂ ਜੇ ਟਾਈ ਲਾਓਗੇ ਤਾਂ ਉਹ ਟਾਈ ਫਾਹਾ ਬਣ ਜੂਗੀ। ਇਹ ਗਤੀਵਿਧੀਆਂ ਫਾਹਾ ਵੀ ਬਣ ਜਾਂਦੀਆਂ ਜੇ ਤੁਸੀਂ ਉਹਨਾਂ ਨੂੰ ਗਲਤ ਤਰੀਕੇ ਨਾਲ ਲੈ ਲਓ। ਆਪਣੀ ਐਜੂਕੇਸ਼ਨ ਦੇ ਨਾਲ ਨਾਲ ਇਹਨਾਂ ਗਤੀਵਿਧੀਆਂ ਨੂੰ ਕਰੋ, ਤੇ ਇਹਨਾਂ ਗਤੀਵਿਧੀਆਂ ਦੇ ਵਿੱਚ ਇੰਨੀ ਮਿਹਨਤ ਕਰੋ, ਇਮਾਨਦਾਰੀ ਨਾਲ ਕਰੋ, ਜਿੱਤ ਹਾਰ ਦਾ ਖੇੜਾ ਛੱਡ ਦਿਓ ਬਿਲਕੁਲ। ਸਿਰਫ ਆਪਣੇ ਮਨ ਨੂੰ ਖੁਸ਼ ਕਰਨ ਲਈ ਕਰੋ, ਆਪਣੇ ਉਸ ਟੈਲੈਂਟ ਨੂੰ ਵਾਰ ਨਹੀਂ ਕਰੋ, ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋਗੇ ਜੀ। ਇੱਕ ਚੰਗਾ ਜਿਹੜਾ ਆਰਟਿਸਟ ਹੈ ਇੱਕ ਚੰਗਾ ਨਾਗਰਿਕ ਬਣ ਜਾਂਦਾ, ਤੇ ਜਦੋਂ ਉਹ ਚੰਗਾ ਨਾਗਰਿਕ ਬਣ ਗਿਆ ਉਹਨੇ ਆਪਣੀ ਆਪ ਜਿਹੜੀਆਂ ਆਪਣੇ ਦੇਸ਼ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਸਾਂਭਣਾ ਵੀ ਸ਼ੁਰੂ ਕਰ ਦੇਣਾ, ਉਹਨਾਂ ਨੂੰ ਸਵਾਰਨਾ ਵੀ ਸ਼ੁਰੂ ਕਰ ਦੇਣਾ। ਨਾਗਰਿਕਾਂ ਲਈ ਉਦਾਹਰਨ ਬਣਦਾ, ਹੋਰ ਨਾਗਰਿਕ ਚੰਗੇ ਨਾਗਰਿਕ ਪੈਦਾ ਕਰਦਾ ਉਹ ਬੰਦਾ, ਜਿੱਥੇ ਸੁਸਾਇਟੀ 'ਚ ਬਹਿੰਦਾ ਉਹਦਾ ਅਸਰ ਚੰਗਾ ਹੁੰਦਾ ਜੀ। ਸਰ ਤੁਸੀਂ ਬਹੁਤ ਹੀ ਸੁਝਾਅ ਦਿੱਤੇ ਨੇ ਔਰ ਉਸਾਰੂ ਸੋਚ ਵਾਲੀਆਂ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ, ਉਸਾਰੂ ਗਤੀਵਿਧੀਆਂ ਦੇ ਬਾਰੇ ਵੀ ਸਾਰਿਆਂ ਨੂੰ ਦੱਸਿਆ। ਸਟੂਡੀਓ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। जवानी मस्तानी बई, कहते हुंदी आ जवानी मस्तानी बई, ये तां खतरे दी पक्की है निशानी बई, ये तां खतरे दी पक्की है निशानी बई। जिद्दां बिजली अर्श दी कड़ के ओ कम ना करिए जेड़ा सारियां दे अख विच रड़ के, ओ कम ना करिए जेड़ा सारियां दे अख विच रड़ के। दियां मित्रों भी यारियां, सदा रखी दियां जान तो प्यारियां, सिर दे के नभाइए हाँ छड्डिए ना एक बारी फड़ के, ओ कम ना करिए जेड़ा सारियां दे अख विच रड़ के, ओ कम ना करिए जेड़ा सारियां दे अख विच रड़ के। जगदा ते भगदा इक्को जिहा जगदा ते भगदा, इस गल दा तां पिछों पता लगदा।